नाल बिखे नलकी विखे मैंने विच किसी नलकी दे दोवां सिरियां विच एक धिर वल्लों गल कीतियां ते दूजी धिर वल्लों ਕੰਨ ਦੇ ਸੁਣਿਆ उस गल ਨੂੰ ਕਹਿਣ ਵਾਲੇ ਤੇ ਸੁਣਨ ਵਾਲੇ ਤੋਂ ਬਿਨਾਂ ਹੋਰ ਕਿਸੇ ਪਾਸੋਂ ਉਸਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਭਾਵ ਹਰ ਕੋਈ ਨਹੀਂ ਜਾਣਦਾ। ਇਹ ਉਦੋਂ ਟੈਲੀਫੋਨ ਸਿਸਟਮ ਹੁੰਦਾ ਸੀ। ਤਾਂ ਮਤਲਬ ਜਦੋਂ ਟੈਲੀਫੋਨ ਆਇਆ ਤੇ ਇੱਕ ਪਾਸੇ ਤੁਸੀਂ ਗੱਲ ਕਰ ਰਹੇ ਹੋ, ਦੂਜਾ ਇੰਗਲੈਂਡ ਕੈਨੇਡਾ ਜਾਂ ਅਮਰੀਕਾ ਗੱਲ ਕਰ ਰਿਹਾ, ਤੇ ਤੁਸੀਂ ਕਿਵੇਂ ਜਾਣ ਸਕਦੇ ਹੋ ਉਹ ਕੀ ਗੱਲ ਕਰ ਰਹੇ ਤੇ ਤੁਸੀਂ ਕੀ ਗੱਲ ਕਰ ਰਹੇ ਹੋ? ਦੂਸਰਾ ਤਾਂ ਉਹ ਦੋਵੇਂ ਜਾਣਦੇ ਆ, ਤੇ ਦੂਸਰਾ ਤਾਂ ਨਹੀਂ ਜਾਣ ਸਕਦਾ ਵੀ ਟੈਲੀਫੋਨ ਤੇ ਕੀ ਗੱਲਬਾਤ ਹੋਈ। ਨਲਕੀ ਦਾ ਇਹ ਹੈ, ਉਦੋਂ ਇਹ ਸਿਸਟਮ ਹੁੰਦਾ ਸੀ। ਭਕੂਲਾ ਕੇ ਮੂਲ ਵਿਖੇ ਜੈਸੇ ਜਲ ਪਾਨ ਕੀਜੇ। ਭਕੂਲਾ ਹੁੰਦਾ ਕਮਲ ਫੁੱਲ ਬੂਟਾ, कमल फुल वर्गा कोई बूटा है घा। भकूला के मूल बिखे जैसे जल पान कीजिए लीजिए जतन कर पिए मन मानिए। तो जिमें कौल फुल या कोई बूटा एग्जाम्पल है, अपनी जड़ दे साधन नाल धरती तो जल पान करता है, खिड़दा है। ठीक है, उस खिड़े की अवस्था नूं जे जानना चाहिए तो वही जान सकते। जे इस तरह मन चित जल प्राप्त करके पीता है, इस तरह मन चित जल प्राप्त जिन्ना जल चाहिए पी जाता, जिन्ना मर्जी जल ला दो। गुर सिख संत मिले गोहज कथा विनोद ज्ञान ध्यान प्रेम रस बिसम बिखानी। गुर सिख संत मिले मिलाप, गुरु दे सिख दा मेल मिलाप ਭਾਵ ਗੁਰ ਭੇਟਣ, ਗੁਰੂ ਦੀ ਦੀਖਿਆ, ਗੁਰਮੰਤਰ ਪ੍ਰਾਪਤ ਕਰਨ ਨਾਲ ਦੇ ਅਨੋਖੇ ਆਨੰਦਮਈ ਚੋਜ ਦੀ ਕਥਾ ਅਤ ਰਹੱਸਮਈ ਹੈ। ਸਤਿਗੁਰੂ ਤੋਂ ਪ੍ਰਾਪਤ ਹੋਏ ਗੁਰ ਗਿਆਨ, ਨਾਮ ਸਿਮਰਨ ਅਤੇ ਸਤਿਗੁਰੂ ਦੇ ਅਲੌਕਿਕ ਦਰਸ਼ਨ ਦੇ ਧਿਆਨ ਅਤੇ ਪ੍ਰੇਮ ਦੇ ਆਨੰਦ ਦਾ ਕਥਨ ਅਚਰਜ ਰੀਤੀ ਵਾਲਾ ਹੈ। ਭਾਵ ਉਸ ਨੂੰ ਹੋਰ ਕੋਈ ਨਹੀਂ ਜਾਣ ਸਕਦਾ। ਮੈਨੂੰ ਕੀ ਸਵਾਦ ਆ ਰਿਹਾ, मैं सिमरन से बैठा रहना, मैनू की स्वाद आ रहा। तुसीं 8 घंटे सिमरन करते हो, तुहानू की स्वाद आ रहा, तो दूसरा तो कोई नहीं जान सकता। नमन गवन जल शीतल अमल जैसे मल जैसे अगन उर्द मुख तपत मलीन है। भाई जिवें पानी नीवें ਚੱਲਣ ਕਰਕੇ ਠੰਡਾ ਤੇ ਮੈਲ ਰਹਿ ਤੇ ਨਿਰਮਲ ਹੁੰਦਾ ਹੈ, ਨਿਰਮਲ ਹੈ। ਪਰ ਅਗਨੀ ਉੱਚੇ ਮੂੰਹ ਜਾਣ ਵਾਲੀ ਤਪਸ਼ ਤੇ ਮੈਲਿਆਂ ਕਰਨ ਸਭ ਨੂੰ ਮੈਲਾ ਕਰੀ ਜਾਂਦੀ, ਕਾਲਾ ਜਿੱਥੇ ਅੱਗ ਲੱਗ ਜਾਂਦੀ ਸਭ ਕਾਲਕ ਕਰੀ ਜਾਂਦੀ, ਕਾਲਾ ਕਰੀ ਜਾਂਦੀ। ਸਫਲ ਹੋਏ ਆਂਬ ਚੁੱਕੇ ਰਹਿਤ ਹੈ ਚਿਰਿੰਕਾ ਨਵੇਂ ਨਾ ਰਿੰਡ ਤੇ ਅਰਬਲਾ ਛੀਨ ਹੈ। ਜਿਵੇਂ ਅੰਬ ਦਾ ਬੂਟਾ ਫਲ ਵਾਲਾ ਹੋਣ ਕਰਕੇ ਝੁਕ ਜਾਂਦਾ ਹੈ ਅਤੇ ਚਿਰ ਤੱਕ ਲੰਬੀ ਉਮਰ ਵਾਲਾ ਹੋ ਕੇ ਰਹਿੰਦਾ, ਪਰ ਰਿੰਡ ਦਾ ਬੂਟਾ ਨਿਭਦਾ ਹੀ ਨਹੀਂ। ਉਵੇਂ ਜੇ ਨਿਭਾਉਣਾ ਚਾਹੀਏ ਤਾਂ ਟੁੱਟ ਜਾਂਦਾ ਹੈ, ਇਸ ਕਰਕੇ ਉਸਦੀ ਉਮਰ ਛੇਤੀ ਖਤਮ ਹੋ ਜਾਂਦੀ ਹੈ। ਇੱਕ ਗੱਲ ਦੇਖੋ ਤੁਸੀਂ, ਭਾਈ ਸਾਹਿਬ ਦੀ ਐਗਜ਼ਾਮਪਲ ਇੱਦਾਂ ਹੈ ਕਿ ਜਿਵੇਂ ਆਟੋਮੈਟਿਕ ਹਰ ਗੱਲ ਦੀ ਸੋਝੀ ਆ, ਹਰ ਗੱਲ ਅੱਜ ਕੱਲ੍ਹ ਰਿੰਡ ਹੁੰਦਾ ਹੀ ਨਹੀਂ, ਹੁੰਦਾ ਉਹ ਝੁਕਦਾ ਹੀ ਨਹੀਂ। ਜੇ ਝੁਕਣ ਦੀ ਕੋਸ਼ਿਸ਼ ਕਰੋ ਟੁੱਟ ਜਾਂਦਾ। ਤੇ ਅੰਬ ਝੁਕਿਆ ਰਹਿੰਦਾ ਤੇ 100 ਸਾਲ ਅੰਬ ਰਹਿੰਦਾ। ਅੰਬ ਦਾ ਦਰਖਤ ਜਾਂਦਾ ਨਹੀਂ ਕਿਤੇ। ਅੰਬ ਕਿੰਨਾ ਫਲ ਦਿੰਦਾ, ਝੁਕਦਾ। ਜਿਹਨੂੰ ਵੀ ਫਲ, ਮੈਂ ਨਿਮਰਤਾ ਦੀ ਗੱਲ ਕੀਤੀ, ਆਪਾਂ ਨਾ ਅੰਬ ਕੋਲੋਂ ਕੁਛ ਲੈਣਾ ਨਾ ਰਿੰਡ ਕੋਲੋਂ। ਹੰਕਾਰੀ ਬੰਦਾ 4 ਦਿਨਾਂ ਦੀ ਖੇਡ ਮਾਰਿਆ ਗਿਆ, 8 ਕਰੋੜ 40 ਲੱਖ ਦਾ ਨਰਕਾਂ ਵਿੱਚ ਭੁਗਤਾਨ, 8 ਕਰੋੜ 40 ਲੱਖ ਸਾਲ ਦਾ ਭੁਗਤਾਨ ਪੈ ਗਿਆ। ਰਿੰਡ ਅੰਬ ਝੁਕ ਜਾਂਦਾ ਹੈ, ਉਹ ਨਿਮਰਤਾ ਵੱਲ ਹੈ। ਉਹਦੀ ਉਮਰ 8 ਕਰੋੜ 40 ਲੱਖ ਸਾਲ ਇਹਨੇ ਜੀਦੇ ਰਹਿਣਾ ਹੈ। ਗੁਰਮੁਖ ਨੇ, ਗੁਰਮੁਖ ਫਲਦਾਇਕ ਹੈ, ਉਪਕਾਰੀ ਹੈ, ਤੁਹਾਨੂੰ ਪ੍ਰੇਰਦਾ ਹੈ। ਹੋਰਨਾਂ ਨੂੰ ਵੀ ਗੁਰੂ ਨਾਨਕ ਦੀ ਚਰਨੀ ਲਾਉਂਦਾ, ਬਾਣੀ ਦੀ ਚਰਨੀ ਲਾਉਂਦਾ, ਅੰਮ੍ਰਿਤ ਛਕਣ ਨੂੰ ਕਹਿੰਦਾ, ਰਹਿਤ ਰੱਖਣ ਨੂੰ ਕਹਿੰਦਾ, ਕੁਰੈ ਛੱਡਣ ਨੂੰ ਕਹਿੰਦਾ, ਅੰਦਰੋਂ ਪ੍ਰਾਪਤੀ ਕਰਨ ਦੀ, ਖਜ਼ਾਨਾ ਲੱਭਣ ਦੀ ਕੋਸ਼ਿਸ਼ ਕਰਦਾ। ਆਪਾਂ ਨੂੰ ਸਮਝ ਨਹੀਂ ਆਉਂਦੀ।
ਆਪਾਂ ਸਮਝਦੇ ਹਾਂ। ਚੰਦਨ ਸੁਬਾਸ ਜੈਸੇ ਬਾਸੀਏ ਬਨਸਪਤੀ, ਬਾਂਸ ਤੋਂ ਵਡਾਈ ਬੂੜਿਓ ਸੰਗ ਲਿਵ ਲੀਨ ਹੈ। ਤੋ ਜਿਵੇਂ ਛੋਟੇ ਜਿਹੇ ਆਕਾਰ ਵਾਲੇ ਚੰਦਨ ਦੇ ਬੂਟੇ ਦੀ ਸੁਗੰਧੀ ਬਨਸਪਤੀ ਦੇ ਬ੍ਰਿਸ਼ਾਂ ਬੂਟਿਆਂ ਵਿੱਚ ਵਸ ਜਾਂਦੀ ਹੈ, ਪਰ ਉੱਚਾ ਲੰਬਾ ਬਾਂਸ ਤਾਂ ਵਡਾਈ ਵਿੱਚ ਹੰਕਾਰ ਵਿੱਚ ਮੱਤਾ ਹੋਇਆ ਡੁੱਬਿਆ ਰਹਿੰਦਾ। ਉਹ ਤਾਂ ਚੰਦਨ ਦੀ ਸੁਗੰਧੀ ਗ੍ਰਹਿਣ ਨਹੀਂ ਕਰਦਾ। 6 ਫੁੱਟ 4 ਇੰਚ ਕਰਦਾ, ਕੀ ਕਰਨਾ? ਅੰਮ੍ਰਿਤ ਨਹੀਂ ਛਕਿਆ, ਸੁਰਤ ਨਹੀਂ ਲਾਉਂਦਾ, ਚਰਨ ਧੂੜ ਨਹੀਂ ਲੈਂਦਾ, ਝੂਠੇ ਭਾਂਡੇ ਨਹੀਂ ਮਾਂਜਦਾ, ਗੁਰਦੁਆਰੇ ਨਹੀਂ ਆਉਂਦਾ, ਕੋਈ ਸੇਵਾ ਨਹੀਂ ਕਰਦਾ, ਦਸਵੰਧ ਨਹੀਂ ਦਿੰਦਾ, ਕੀ ਕਰਨਾ 6 ਫੁੱਟ 4 ਇੰਚ ਨੂੰ? ਬੰਦੇ ਦੀ ਗੱਲ ਕੀਤੀ, ਹਉਮੈ ਵਿੱਚ ਭਰਿਆ ਹੋਇਆ, ਬੋਲਦਾ ਮਿੱਠਾ ਨਹੀਂ, ਮਿਠਾਸ ਹੈ ਨਹੀਂ, ਕੀ ਕਰਨਾ ਸਿੰਬਲ ਰੁੱਖ ਬਾਂਸ ਵਰਗਾ। ਤੈਸੇ ਹੀ ਅਸਾਧ ਅਸਾਧ ਅੰਬਦ ਨਿਮਰਤਾ ਕੇ ਤੂੰ ਸਨ ਕੋ ਮਜੀਠ ਗਤ ਪਾਪ ਪੁੰਨ ਕੀਨ ਹੈ। ਤੂੰ ਇਸੇ ਤਰ੍ਹਾਂ ਹੀ ਭਾਈ ਗੁਰੂ ਦੇ ਬੇਮੁਖ ਬੁਰੇ ਮਨੁੱਖ ਹਉਮੈ ਹੰਕਾਰ ਕਾਰਨ ਸਨ ਵਾਂਗ ਪਾਪ ਕਰਮ ਕਮਾਉਂਦੇ ਹਨ, ਕਰਦੇ ਹਨ, ਜਦ ਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਅੰਮ੍ਰਿਤਧਾਰੀ ਨਿਮਰਤਾ ਗਰੀਬੀ ਵਾਲੇ ਹੋਣ ਕਰਕੇ ਮਜੀਠ ਵਾਂਗ ਪੁੰਨ ਵਾਲੇ ਉਪਕਾਰੀ ਕਰਮ ਕਰਦੇ ਹਨ। ਸਨ ਉੱਚੀ ਹੁੰਦੀ, ਉਹ ਰੱਸੀ ਹੋ ਕੇ ਬੰਧਨ ਦਾ ਕਾਰਨ ਬਣਦੀ ਹੈ, ਪਰ ਮਜੀਠ ਜੋ ਧਰਤੀ ਅੰਦਰ ਹੁੰਦੀ ਹੈ ਪੱਕੇ ਰੰਗ ਵਿੱਚ ਰੰਗ ਦਿੰਦੀ ਹੈ। ਉਹ ਥੱਲੇ ਨੀਵੀਂ ਹੈ, ਉੱਚੀ ਹੈ। ਦੋਵਾਂ ਦੀ ਐਗਜ਼ਾਮਪਲਾਂ ਸਾਨੂੰ ਨਾ ਮਜੀਠ ਕੋਲੋਂ ਕੁਛ ਲੈਣਾ, ਨਾ ਸਨ ਕੋਲੋਂ ਕੁਛ ਲੈਣਾ, ਨਾ ਬਾਂਸ ਕੋਲੋਂ ਕੁਛ ਲੈਣਾ, ਨਾ ਚੰਦਨ ਕੁਛ ਲੈਣਾ। ਐਗਜ਼ਾਮਪਲਾਂ ਦਿੱਤੀਆਂ ਭਾਈ ਸਾਹਿਬ ਨੇ। ਨੀਵਾਂ ਨਿਮਰਤਾ ਚੰਗੀ ਆ, ਹਉਮੈ ਛੱਡ ਦੇ। ਹਉਮੈ ਜਾਣੀ ਨਹੀਂ, ਭਾਂਡੇ ਮਾਂਜਣ ਤੋਂ ਬਗੈਰ, ਝਾੜੂ ਪੋਚਾ ਕਰਨ ਤੋਂ ਬਗੈਰ, ਚਰਨ ਧੂੜ ਲੈਣ ਤੋਂ ਬਗੈਰ ਹਉਮੈ ਨਹੀਂ ਜਾਂਦੀ, ਬੰਦਾ ਆਕੜਿਆ ਹੀ ਰਹਿੰਦਾ। ਤੋ ਸਕਲ ਬਨਸਪਤੀ ਵਿਖੇ ਧਰਮ ਦੀਰਘ ਦੋਏ, ਨੇਫਲ ਭਏ ਬੂੜ ਬਹੁਤ ਵਡਾਈ ਕਹਿ। ਸਾਰੀ ਬਨਸਪਤੀ ਵਿੱਚ 2 ਬ੍ਰਿਸ਼ ਸਿੰਬਲ ਤੇ ਬਾਂਸ ਬਹੁਤ ਵੱਡੇ ਆਕਾਰ ਵਾਲੇ ਹਨ, ਪਰ ਆਪਣੀ ਵਡਾਈ ਵਿੱਚ ਡੁੱਬੇ ਹੋਏ ਨੇਫਲ ਹੀ ਰਹਿੰਦੇ ਹਨ। ਕੋਈ ਫਲ ਲੱਗਦਾ ਸਿੰਬਲ ਤੇ ਬਾਂਸ ਨੂੰ? ਕੋਈ ਫਲ ਨਹੀਂ ਲੱਗਦਾ ਭਾਈ। तो चंदन सुबास सुना के सिंबल सुबास हुए तो बास निर्गंध वो गठन टिठाई है। तो चंदन की सुगंधी नाल सिंबल तो सुगंधी वाला हो जाता है, पर बांस गंढा दियां ढीठता कारण निर्गंध ही रहते, निर्गंध ही रहते। तो संबल के फल तूल खग मिर्ग छाया टाके, तो बांस तो बरन दुखी जरत बुराई है। तो सिंबल दे फलां दी रूह कम आउंदी, सिंबल दे फलां दी रूह कम आउंदी है। फल तुल खग मिर्ग छाया टाके ਅਤੇ ਉਸ ਦੀ ਛਾਂ ਪੰਛੀ ਤੇ ਚੌਪਾਇਆ ਲੋੜਦਾ ਹੈ ਪੰਛੀ। ਪਰ ਬਾਂਸ ਤਾਂ ਕੁੱਲ ਘਾਤਕ ਹੈ ਅਤੇ ਬੁਰਾਈਆਂ ਦੇ ਸੁਭਾਅ ਕਰਕੇ ਕਸਰ ਦੇ ਨਾਲ ਬਾਂਸਾਂ ਨੂੰ ਸਾੜ ਦਿੰਦਾ ਹੈ। ਜੰਗਲ 'ਚ ਅੱਗ ਕਿਵੇਂ ਲੱਗਦੀ ਜਦੋਂ ਬਹੁਤ ਜ਼ੋਰ ਦੀ ਹਨੇਰੀ ਆਉਂਦੀ ਹੈ ਨਾ, ਤਾਂ ਬਾਂਸ ਸੁੱਕਾ ਹੁੰਦਾ, ਤਾਂ ਸੁੱਕਾ ਹੁੰਦਾ ਆਪਸ ਵਿੱਚ ਲੱਗਦਾ ਰਗੜਦਾ, ਉਹ ਰਗੜਨ ਤੇ ਅੱਗ ਨਿਕਲਦੀ ਹੈ। ਥੱਲੇ ਘਾਹ ਹੁੰਦਾ ਉਹਨੂੰ ਅੱਗ ਲੱਗ ਜਾਂਦੀ, ਬਸ ਮਾੜੀ ਜਿਹੀ ਅੱਗ ਲੱਗਦੀ ਹੈ ਤਾਂ ਸਾਰੇ ਜੰਗਲ ਨੂੰ ਅੱਗ ਲੱਗਦੀ ਹੈ। ਫਿਰ ਅੱਗ ਬੁਝਦੀ ਨਹੀਂ, ਜੰਗਲ ਦੀ ਅੱਗ ਨਹੀਂ ਬੁਝਦੀ। ਕਿਉਂ ਕਿ ਜੰਗਲ ਵਿੱਚ ਹੁੰਦਾ ਹੀ ਦਰਖਤ ਹੈ, ਉਹ ਸਾਰਾ ਇੱਕ ਉਹਦੇ 'ਤੇ ਕੋਲਾ ਬੰਦਾ, ਸਾਰਾ ਜੰਗਲ ਸੜ ਜਾਂਦਾ, ਫਿਰ ਉਹਨੂੰ ਕੋਈ ਬੁਝਾ ਨਹੀਂ ਸਕਦਾ ਨਾ। ਦਰਖਤ ਪਤਾ ਕਿੰਨਾ ਘਾਹ ਕਿੰਨੇ ਬਾਂਸ, ਉਹ ਅੱਗ ਲੱਗਦੀ ਉਹ ਲੱਗ ਜਾਂਦੀ। ਕਈ ਵਾਰੀ ਉੱਤੋਂ ਬਿਜਲੀ ਡਿੱਗਦੀ ਨਾ, ਉਹਦੇ ਨਾਲ ਵੀ ਅੱਗ ਲੱਗ ਜਾਂਦੀ। ਜੰਗਲ 'ਚ ਬਿਜਲੀ ਡਿੱਗ ਪਈ, ਉਹਦੇ ਨਾਲ ਥੱਲੋਂ ਘਾਹ ਨੂੰ ਅੱਗ ਲੱਗੀ, ਸੁੱਕਾ ਘਾਹ ਸੀ ਬਾਂਸਾਂ ਨੂੰ ਅੱਗ ਲੱਗੀ, ਬਾਂਸਾਂ ਨੂੰ ਅੱਗ ਲੱਗੀ, ਦਰਖਤਾਂ ਨੂੰ ਅੱਗ ਲੱਗੀ, ਫਿਰ ਉਹ ਲੱਗਦੀ ਲੱਗ ਜਾਂਦੀ। ਤੈਸੇ ਹੀ ਅਸਾਧ ਮਾੜਾ ਕੋਟਾ ਪੁਰਸ਼, ਸਾਧ ਚੰਗਾ ਪੁਰਸ਼, ਭਲਾ ਪੁਰਸ਼, ਅੰਮ੍ਰਿਤਧਾਰੀ ਗੁਰਸਿੱਖ। तैसे ही असाध साध होत साध संगत कह, तृष्टे न गुर गोप द्रोह गुर भाई कह। इसे तरह ही असिख ते साध संगत खोटा बंदा नाल मिल के गुरु दीख्या लैके गुरु दा आग्याकारी सिख हो जाता है। पर जो गुरु वाला हो के गुरु तो बेमुख होया है, गुरु वाला हो के बेमुख होया, और जो गुरु भाइयों का दोखी है,
ਉਹ ਕਿਤੇ ਵੀ ਟਿਕ ਨਹੀਂ ਸਕਦਾ। ਉਹ ਦਰ ਦਰ ਭਟਕਦਾ ਹੈ, ਰੁਲਦਾ ਹੈ। ਬਿਰਖ ਬਲੀ ਮਿਲਾਪ ਸਫਲ ਸਗਨ ਛਾਇਆ, ਬਾਂਸ ਤੋਂ ਬਰਨ ਦੋਖੀ ਮਿਲੇ ਜਰੇ ਜਾਏ ਜਾਰ ਕਹਿ। ਹੋਰ ਬਿਰਛਾਂ ਫਲਾਂ ਵਾਲੇ ਤੇ ਕਿਸੇ ਵੇਲ ਦੇ ਮਿਲਣ ਨਾਲ ਸੰਘਣੀ ਛਾਂ ਵਾਲੇ ਹੁੰਦੇ ਹਨ। ਵੇਲ ਨਾਲ ਮਿਲ ਕੇ ਸੰਘਣੀ ਛਾਂ ਦੇ ਹੋ ਜਾਂਦੇ ਹਨ, ਜੋ ਆਏ ਗਏ ਨੂੰ ਸੁੱਖ ਪਹੁੰਚਾਉਂਦੇ ਹਨ। ਪਰ ਬਾਂਸ ਤਾਂ ਇੱਕ ਦੂਜੇ ਨਾਲ ਘਸਰ ਘਸਰ ਕੇ ਸੜਨ ਕਰਕੇ ਕੁਲ ਘਾਤਕ ਆਪ ਸੜ ਜਾਂਦਾ ਹੈ, ਤੇ ਜਿਹੜਾ ਉਸ ਲਾਗੇ ਟੁਕਦਾ ਹੈ ਉਸ ਨੂੰ ਵੀ ਸਾੜ ਦਿੰਦਾ ਹੈ, ਆਲੇ ਦੁਆਲੇ ਸਾਰੀ ਬਨਸਪਤੀ ਸਾੜ ਦਿੰਦਾ ਹੈ। ਬਾਂਸ ਹੰਕਾਰੀ ਬੰਦਾ ਹਮੇਸ਼ਾ ਆਪ ਸੜੂਗਾ, ਹੋਰਨਾਂ ਨੂੰ ਸਾੜੂਗਾ। ਸਫਲ ਹੋਏ ਤਰ ਹਰ ਝੁਕਤ ਸਗਲ ਤਰ, ਬਾਂਸ ਤੋਂ ਵਡਾਈ ਬੂਢਿਓ ਆਪਨ ਸਮਾਰ ਹੈ। ਹੋਰ ਸਾਰੇ ਬਿਰਛ ਫਲਾਂ ਵਾਲੇ ਹੋਣ ਤੇ ਨੀਵੇਂ ਹੋ ਕੇ ਝੁਕ ਜਾਂਦੇ ਹਨ, ਪਰ ਬਾਂਸ ਤਾਂ ਵਡਿਆਈ ਦਾ ਹੰਕਾਰ ਦਾ ਡੁੱਬਿਆ ਹੋਇਆ ਆਪਣਾ ਆਪ ਹੰਕਾਰੀ ਇਕੱਠਾ ਕਰਦਾ। ਸਕਲ ਬਨਸਪਤੀ ਸੁਧ ਹਿਰਦੇ ਮੋਨ ਗਹੇ, ਬਾਂਸ ਤੋਂ ਰਿਤੋ ਗਠੀਲੋ ਬਾਜੇ ਧਾਰ ਮਾਰ ਹੈ। ਸਾਰੀ ਬਨਸਪਤੀ ਦੇ ਸਾਰੇ ਬਿਰਛ ਬੂਟੇ ਫਲ ਵਾਲੇ ਹੋ ਕੇ ਹਿਰਦਿਓਂ ਸ਼ਾਂਤ ਤੇ ਮੌਨ ਧਾਰੀ ਰੱਖਦੇ ਹਨ, ਕਿਸੇ ਤਰ੍ਹਾਂ ਦੀਆਂ ਆਵਾਜ਼ਾਂ ਨਹੀਂ ਕੱਢਦੇ। ਪਰ ਉੱਚਾ ਬਾਂਸ ਤਾਂ ਅੰਦਰੋਂ ਖੋਖਲਾ ਤੇ ਗੰਢਾਂ ਵਾਲਾ ਹੁੰਦਾ ਹੋਇਆ ਢਾਹਾਂ ਮਾਰ ਮਾਰ ਸਰ ਸਰ ਦੀ ਆਵਾਜ਼ਾਂ ਕੱਢਦਾ ਰਹਿੰਦਾ। ਹਨੇਰੀ ਹਵਾ ਆਉਣ ਤੇ ਨਾ ਇਹ ਆਵਾਜ਼ਾਂ ਕੱਢਦੇ ਰਹਿੰਦੇ। ਤੋ ਚੰਦਨ ਸਮੀਪ ਹੀ ਅਛਤ ਨਿਰਗੰਧ ਰਹੇ, ਤੋ ਗੁਰਸਿੱਖ ਦੋਖੀ ਬਜਰ ਪ੍ਰਾਣੀ ਨਾ ਉਧਾਰੈ। ਤੋ ਸਤਿਗੁਰੂ ਚੰਦਨ ਦੇ ਨੇੜੇ ਹੁੰਦਾ ਹੋਇਆ, ਸਤਿਗੁਰੂ ਚੰਦਨ ਦੇ ਨੇੜੇ ਹੁੰਦਾ ਹੋਇਆ ਵੀ ਜਿਹੜੇ ਹੰਕਾਰੀ ਤੇ ਪਖੰਡੀ ਪ੍ਰਾਣੀ ਨਿਰਗੰਧ ਰਹੇ, ਜਿਹੜੇ ਹੰਕਾਰੀ ਤੇ ਪਖੰਡੀ ਪ੍ਰਾਣੀ ਨਿਰਗੰਧ ਰਹੇ, ਗੁਰਮਤਿ ਗੁਣਾਂ ਨੂੰ ਗ੍ਰਹਿਣ ਨਾ ਕਰ ਸਕੇ, ਅੰਮ੍ਰਿਤ ਨਾ ਛਕਿਆ, ਬਾਣੀ ਨਾਲ ਨਹੀਂ ਜੁੜੇ, ਸਿਮਰਨ ਨਹੀਂ ਕਰਦੇ, ਸੁਰਤੀ ਨਹੀਂ ਲਾਉਂਦੇ, ਗੁਰਸਿੱਖਾਂ ਦਾ ਮੰਦਾ ਚਿਤਵਨ ਵਾਲੇ ਅਜਿਹੇ ਕਠੋਰ ਹਿਰਦੇ ਵਾਲੇ ਪ੍ਰਾਣੀ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਉਹਦਾ ਨਹੀਂ ਪਾਰ ਉਤਾਰਾ ਨਹੀਂ ਹੋਣਾ, ਨਰਕਾਂ ਵਿੱਚ ਜਾਊਗਾ ਭਾਈ। ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਪ੍ਰੇਮ ਕੇ ਪਰਸਪਰ ਪੱਗ ਲਪਟਾਵੇ। ਸਤਿਗੁਰੂ ਦੇ ਆਗਿਆਕਾਰੀ ਸਤਿਪੁਰਸ਼ਾਂ ਦੀ ਸੰਗਤ ਦੇ ਮਿਲਾਪ ਦਾ ਅਜਿਹਾ ਤੇਜ ਪ੍ਰਤਾਪ ਹੈ ਸੰਗਤ ਵਿੱਚ ਆਉਣ ਦਾ। ਉਹ ਪ੍ਰੇਮ ਵਸ ਹੋ ਕੇ ਵੱਡੇ ਛੋਟੇ ਦਾ ਖਿਆਲ ਛੱਡ ਕੇ ਇੱਕ ਦੂਜੇ ਦੇ ਪੈਰਾਂ ਨੂੰ ਲਿਪਟਦੇ ਹਨ। ਜੋ ਦੀਸੇ ਗੁਰਸਿੱਖੜਾ ਤੇ ਨਿਵ ਨਿਵ ਲਾਗੋਂ ਪਾਏ ਜੀ। ਦ੍ਰਿਸ਼ਟ ਦਰਸ ਅਰ ਸ਼ਬਦ ਸੁਰਤ ਮਿਲ, ਪੂਰਨ ਬ੍ਰਹਮ ਗਿਆਨ ਧਿਆਨ ਨਿਭ ਲਾਵੇ। ਤੋ ਦ੍ਰਿਸ਼ਟੀ ਕਰਕੇ ਸਤਿਗੁਰੂ ਦੇ ਦਰਸ਼ਨ ਪਰਸਨ ਤੇ ਸ਼ਬਦ ਸੁਰ ਦਾ ਪਰਚਾ ਪੈਣ ਨਾਲ ਅਜਿਹੇ ਗੁਰਸਿੱਖ ਸਤਿਗੁਰਾਂ ਤੋਂ ਪ੍ਰਾਪਤ ਹੋਏ ਗੁਰੂ ਗਿਆਨ, ਗੁਰ ਉਪਦੇਸ਼ ਅਤੇ ਗੁਰੂ ਧਿਆਨ ਸਦਕਾ ਪੂਰਨ ਬ੍ਰਹਮ ਵਾਹਿਗੁਰੂ ਵਿੱਚ ਲਿਵ ਲਾਉਂਦੇ ਹਨ, ਵਾਹਿਗੁਰੂ ਵਿੱਚ ਲਿਵ ਲਾਉਂਦੇ ਹਨ। ਏਕ ਮਿਸ਼ਟਾਨ ਪਾਨ ਲਾਵਤ ਮਹਾ ਪ੍ਰਸਾਦ, ਏਕ ਗੁਰਪੁਰਬ ਕੈ ਸਿੱਖਨ ਬੁਲਾਵਈ। ਤੇ ਗੁਰਸਿੱਖ ਸੰਗਤ ਵਿੱਚ ਕਦੀ ਤਾਂ ਖਾਣ ਪਾਣ ਵਾਲੇ ਮਿਸ਼ਟੇ ਭੋਜਨ ਲਿਆਂਦੇ ਹਨ, ਤੇ ਕਦੀ ਕਈ ਕੜਾ ਪ੍ਰਸ਼ਾਦ ਲਿਆਂਦੇ ਹਨ, ਅਤੇ ਕਈ ਗੁਰਪੁਰਬਾਂ ਸਮੇਂ ਸਿੱਖਾਂ ਨੂੰ ਸੱਦੇ ਭੇਜ ਕੇ ਜੋੜ ਮੇਲੇ ਕਰਦੇ ਹਨ। ਇੱਕ ਗੁਰਪੁਰਬ ਕੈ ਸਿੱਖਨ ਬੁਲਾਵੇ। ਮਨ ਦੀ ਭਾਵਨਾ ਹੈ, शिव सन कादक बाछे तिन को उचिष्ट को, साधन की दुख ना कवन फल पावे। साधन की दुख ना कवन फल पावे। उचिष्ट झूठ सीत प्रसाद, अजिहे दैवी गुणा वाले नाम आधारी गुरसिखा ਦੇ ਸੀਤ ਪ੍ਰਸਾਦ ਲਈ ਤਾਂ शिव शनक सनक आदਿਕ देवते 33 ਕਰੋੜ ਦੇਵਤੇ ਵੀ ਤਰਸਦੇ ਹਨ ਸੀਤ ਪ੍ਰਸਾਦ ਲਈ। ਤੋ ਇਹਨਾਂ ਸਾਧੂ ਬਿਰਤੀ ਵਾਲੇ ਸਤਪੁਰਸ਼ਾਂ ਦਾ ਮੰਦਾ ਚਿਤਵਨ ਵਾਲਾ ਕੀ ਫਲ ਪਾਏਗਾ?
ਸਪਸ਼ਟ ਹੈ ਕਿ ਉਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਕਰੜੀ ਸਜ਼ਾ ਮਿਲੇਗੀ। ਗੁਰਸਿੱਖਾਂ ਦੀ ਨਿੰਦਾ ਨਹੀਂ ਕਰਨੀ, ਕਿਸੇ ਦੀ ਨਿੰਦਾ ਨਹੀਂ ਕਰਨੀ ਭਾਈ ਓਏ। ਜੈਸੇ ਬੋਝ ਭਰੀ ਨਾਵ ਅੰਗੂਰੀ ਦੋਏ ਬਾਹਰ ਹੋਏ, ਪਾਰ ਪਰੇ ਪੂਰ ਸਭੇ ਕੁਸਲ ਬਿਹਾਤ ਹੈ। ਜਿਵੇਂ ਭਾਰ ਨਾਲ ਭਰੀ ਹੋਈ ਬੇੜੀ ਨਾਵ, ਜੈਸੇ ਬੋਝ ਭਰੀ ਨਾਵ। ਬੇੜੀ 2 ਉਂਗਲਾਂ ਪਾਣੀ ਤੋਂ ਬਾਹਰ ਹੁੰਦੀ ਹੈ। ਜੈਸੇ ਭਾਰ ਨਾਲ ਲੱਦੀ ਹੋਈ ਬੇੜੀ 2 ਉਂਗਲਾਂ ਪਾਣੀ ਤੋਂ ਬਾਹਰ ਹੁੰਦੀ ਹੈ ਅਤੇ ਪੂਰ ਦੇ ਪੂਰ ਪਾਰ ਲੱਗਣ ਤੇ ਸਭ ਨੂੰ ਪ੍ਰਸੰਨਤਾ ਹੁੰਦੀ ਹੈ। ਬੇੜੀ ਦੇ ਕੇਵਲ 2 ਉਂਗਲਾਂ ਪਾਣੀ ਦੇ ਉੱਤੇ ਰਹਿਣ ਨਾਲ ਸਾਰਾ ਪੂਰ ਡੁੱਬਣੋਂ ਬਚ ਜਾਂਦਾ ਹੈ। ਜੈਸੇ ਇੱਕ ਹਾਰੀ ਇੱਕ ਘਰੀ ਪਾਕਸਾਰ ਬੈਠ ਭੋਜਨ ਕਹਿ ਬਿਜਨਾਦ ਸਵਾਦ ਕਹਿ ਅਘਾਤ ਹੈ। ਜਿਵੇਂ ਇੱਕੋ ਵੇਲੇ ਭੋਜਨ ਛਕਣ ਵਾਲਾ 8 ਪਹਿਰ ਦੀ ਭੁੱਖ ਪਿੱਛੋਂ ਇੱਕ ਘੜੀ ਭਰ ਰਸੋਈ ਵਿੱਚ ਬੈਠ ਕੇ ਕਈ ਤਰ੍ਹਾਂ ਦੇ ਭੋਜਨ ਸਵਾਦ ਨਾਲ ਛਕ ਕੇ ਤ੍ਰਿਪਤ ਹੋ ਜਾਂਦਾ ਹੈ। ਜੈਸੇ ਰਾਜਕੁਮਾਰ ਜਾਏ ਕਰਤ ਜੋਹਾਰ ਜਨ, ਇੱਕ ਘੜੀ ਪਾਛੇ ਦੇਸ਼ ਭੋਗਤਾ ਹੋਏ ਖਾਤ ਹੈ। ਜਿਵੇਂ ਰਾਜ ਦੁਆਰੇ ਜਾ ਕੇ ਕੋਈ ਸੇਵਕ ਘੜੀ ਪਰ ਅਦਬ ਸਤਕਾਰ ਸਹਿਤ ਨਮਸਕਾਰ ਕਰਦਾ ਹੈ ਤਾਂ ਪਿੱਛੇ ਜਗੀਰਦਾਰ ਹੋ ਕੇ ਸਾਰੀ ਉਮਰ ਉਸ ਦਾ ਫਲ ਖਾਂਦਾ ਹੈ। तो 8 पहर 60 घड़ी में, 8 पहर 60 घड़ी में, जो एक घड़ी साध समागम करे निज घर जात है। ਇਹ 8 ਪਹਿਰਾਂ ਦੀਆਂ 60 ਘੜੀਆਂ ਵਿੱਚੋਂ ਜੇ ਕੋਈ ਇੱਕ ਘੜੀ ਵੀ ਨਾਮ ਆਧਾਰੀ ਸਤਿਪੁਰਸ਼ਾਂ ਦੀ ਸੰਗਤ ਵਿੱਚ ਜੁੜਦਾ ਨਾਮ ਸਿਮਰਨ ਜੁੜਦਾ ਤਾਂ ਉਸ ਸਾਧ ਸਮਾਗਮ ਵਿੱਚ ਜੁੜਦਾ, ਸੰਗਤ ਵਿੱਚ ਜੁੜਦਾ, ਨਿਜ ਘਰ ਜਾਤ ਹੈ तो अपने 10ਵੇਂ द्वार सचखंड जा पहुंचदा, सचखंड पहुंचदा। सचखंड एडी बख्शिश आ समागम दी, जो एक घड़ी साध समागम निज कर जात है। एक घड़ी कार्तिक जैसे दीप मालका रजनी समय, दीप ज्योत को उदोत होत ही बिलात है। कार्तिक कत्तक महीना, दीप मालका दिवाली, रजनी रात, दीप जोत दीवियां दी ज्योति, अदोत प्रकाश, बिलात लीन होना मिटना अलोप हो जाना। जिवें कत्तक दे महीने दिवाली वाली रात वेले दीवियां दी ज्योति दा प्रकाश हुंदे सार थोड़े चिर पिछों अलोप हो जाता, दीवे बुझ जाते। बरखा समय जैसे तो बुधबुदा को प्रकाश तास नास पलक में ना ठहरात है। जिवें मीह पैण ते बुलबुले दा उपजना हुंदा है, पर अख दे फोर विच ही उसदा नाम निशान नहीं रहिंदा, खत्म हो जाता है। ग्रीखम समय जैसे तो मिर्ग तृष्णा चरित्र चाही सी दिखाई देत उपज समात है। तो जिवें गर्मी दी रुत समय तिहाए हिरन नूं लिशकदी रेत दा नज़ारा पानी दी झलक जही दिसदी है, पर वो झलक पल भर लई दिस के अलोप हो जाती है। तैसे मोह माया छाया बिरख चपल छल छले छैल श्री गुरु चरण लपटात है। तिवें माया दा मोह बिरछ दी चलायमान छां वांग छल रूप है, पर ਜਿਹੜਾ ਨਾਮ ਅਭਿਆਸੀ ਗੁਰਸਿੱਖ ਗੁਰੂ ਚਰਨ ਵਿੱਚ ਲਿਪਟਿਆ ਰਹਿੰਦਾ ਹੈ, ਭਾਵ ਨਾਮ ਸਿਮਰਨ ਸੁਰਤੀ ਜੋੜਦਾ ਹੈ, ਉਹ ਇਸ ਛੈਲ ਛਬੀਲੀ ਠੱਗਣੀ ਮਾਇਆ ਨੂੰ ਠੱਗ ਵਸ ਵਿੱਚ ਕਰ ਲੈਂਦਾ ਹੈ। जैसे तो बसन अंग संग मिल हुए मलीन, तो सलल साबुन मिल निर्मल होत है। जैसे जिमें के बसंतर, जैसे तो बसन बसंतर शरीर दे अंगां नाल लग के मैले हो जाते हैं, अंग संग मिल हुए मलीन, पर वो पानी ते साबन दे मिलन नाल उजले हो जाते हैं। सलल साबन मिल
ਸਾਬਣ ਨਾਲ ਧੋ ਲਈਏ ਉਹ ਨਿਰਮਲ ਸਾਫ਼ ਹੋ ਜਾਂਦੇ ਹਨ। ਜੈਸੇ ਤੋਂ ਸਰੋਵਰ शिवाल को आच्छाद्यो जल तो ਝੋਲ ਪੀਏ ਨਿਰਮਲ ਦੇਖੀਏ ਅਛੂਤ ਹੈ। तो ਜਿਵੇਂ ਸਰੋਵਰ ਦੇ ਜਲ ਜਾਲੇ ਨਾਲ ਢਕਿਆ ਹੁੰਦਾ ਹੈ, ਪਰ ਪਾਣੀ ਨੂੰ ਹੱਥਾਂ ਨਾਲ ਝੋਲਣ ਨਾਲ ਭਰੇ ਕਰਨ ਨਾਲ ਉਸ ਨੂੰ ਉਹ ਨਿਰਮਲ ਤੇ ਸ਼ੁੱਧ ਪੀਣ ਵਾਲਾ ਦਿਸ ਪੈਂਦਾ ਹੈ। ਮਨੀ ਕੋ ਜਾਲਾ ਭਰੇ ਕਰ ਦਿਓ। तो जैसे निस अंधकार तार का चमत्कार होत उजियार दिन करके उदोत है। जिमें तारियां दी टिमटमाहट ਹੁੰਦਿਆਂ ਵੀ ਰਾਤ ਹਨੇਰੀ ਹੁੰਦੀ ਹੈ, ਪਰ ਸੂਰਜ ਦੇ ਚੜ੍ਹਨ ਨਾਲ ਚਾਨਣਾ ਹੀ ਚਾਨਣਾ ਹੋ ਜਾਂਦਾ ਹੈ। ਤੈਸੇ ਮਾਇਆ ਮੋਹ ਭਰਮ ਹੋਤ ਹੈ ਮਲੀਨ ਮਤ, ਸਤਿਗੁਰੂ ਗਿਆਨ ਧਿਆਨ ਜਗ ਮਗ ਜੋਤ ਹੈ। ਤਿਵੇਂ ਮਾਇਆ ਦੇ ਮੋਹ ਵਿੱਚ ਭਰਮ ਜਾਲ ਵਿੱਚ ਫਸ ਕੇ ਮਤ ਮਲੀਨ ਹੋ ਜਾਂਦੀ ਹੈ, ਪਰ ਉਹ ਸਤਿਗੁਰੂ ਦੇ ਗਿਆਨ ਗੁਰਦੀਖਿਆ ਅਤੇ ਸਤਿਗੁਰੂ ਦੇ ਦਰਸ ਧਿਆਨ ਦੀ ਬਖਸ਼ਿਸ਼ ਜਗਮਗਾਉਂਦੀ ਜੋਤ ਵਾਲੀ ਹੋ ਜਾਂਦੀ ਹੈ। ਭਾਵ ਗੁਰਦੀਖਿਆ ਨਾਮ ਸਿਮਰਨ ਸਦਕਾ ਅੰਤਰਾਤਮੇ ਜੋਤ ਦਾ ਪ੍ਰਕਾਸ਼ ਹੋ ਜਾਂਦਾ, ਅੰਦਰ ਰੱਬ ਦਾ ਪ੍ਰਕਾਸ਼ ਹੋ ਜਾਂਦਾ ਹੈ। ਤੇ ਤੈਸੇ ਮਾਇਆ ਮੋਹ ਭਰਮ ਹੋਤ ਹੈ ਮਲੀਨ ਮਤ। ਤੇ ਜੇ ਮਾਇਆ ਵਿੱਚ ਹੀ ਰਹਾਂਗੇ, ਸਤਿਗੁਰੂ ਦੀ ਮਤ ਲੈ ਲਾਂਗੇ, ਮਾਇਆ ਆਪਣੇ ਆਪ ਆ ਜਾਣੀ ਹੈ। ਆਗਿਆਕਾਰੀ ਕਿੰਨੀ ਮਾਇਆ, ਸਤਿਗੁਰੂ ਦੇ ਗਿਆਨ ਧਿਆਨ ਸੁਰਤੀ ਲਾਵਾਂਗੇ, ਬਾਣੀ ਦੀ ਵਿਚਾਰ ਕਰਾਂਗੇ, ਸੁਰਤੀ ਲਾਵਾਂਗੇ, ਅੰਦਰ ਪ੍ਰਕਾਸ਼ ਹੋ ਜਾਏਗਾ, ਮਾਇਆ ਆਟੋਮੈਟਿਕ ਆ ਜਾਣੀ ਹੈ। ਤੇ ਜੇ ਮਾਇਆ ਵਿੱਚ ਹੀ ਮੋਹ ਵਿੱਚ ਭਟਕਦੇ ਰਹੇ ਤੇ ਮਤ ਮਲੀਨ ਹੋ ਜਾਣੀ, ਗੰਦੀ ਹੋ ਜਾਣੀ, ਵਿਕਾਰੀ ਹੋ ਜਾਣੀ ਹੈ। ਅੰਤਰ ਅਛਿਤ ਹੀ, ਅੰਤਰ ਅਛਿਤ ਅੰਦਰ ਹੁੰਦੇ ਆ, ਅੰਦਰ ਅਛਿਤ ਹੀ ਦਸੰਤਰ ਗਮਨ ਕਰੇ, ਪਾਛੇ ਪਰੇ ਪਹੁੰਚੇ ਨਾ ਪਾਇਕ ਕੋ ਧਾਵੀ। ਦਸੰਤਰ ਦੇਸ਼ਾਂ ਵਿੱਚ ਗਮਨ ਕਰਨਾ, ਪਾਇਕ ਪੈਦਲ ਚੱਲਣ ਵਾਲਾ, ਪਿਆਦਾ, ਧਾਵੀ ਧੌਂਦਾ ਦੌੜਦਾ। ਮਨ ਸਰੀਰ ਦੇ ਅੰਦਰ ਹੁੰਦਿਆਂ ਹੀ ਕਿਤੇ ਨਾ ਕਿਤੇ ਦੇਸਾਂ ਦਸੰਤਰਾਂ ਵੱਲ ਚਲਾ ਜਾਂਦਾ ਹੈ। ਜੋ ਕੋਈ ਦੌੜਦਾ ਪਿਆਦਾ ਉਸ ਪਿੱਛੇ ਦੌੜ ਪਵੇ ਤਾਂ ਵੀ ਉਸ ਤੱਕ ਪਹੁੰਚ ਨਹੀਂ ਸਕਦਾ। ਮਨ ਤਾਂ ਹੋ ਗਿਆ ਤੇ ਹੋ ਗਿਆ। ਤੂੰ ਪਹੁੰਚੇ ਨਾ ਰੱਥ, ਪਹੁੰਚੇ ਨਾ ਗੱਜ ਰਾਜ ਬਾਜ, ਪਹੁੰਚੇ ਨਾ ਖੱਗ ਮਿਰਗ ਭਾਵਤ ਉਡਾਵੇ। ਤੋ ਉਸ ਮਨ ਦੀ ਦੌੜ ਤੱਕ ਨਾ ਤਾਂ ਕੋਈ ਰੱਥ ਪਹੁੰਚ ਸਕਦਾ, ਨਾ ਐਰਾਵਤ ਹਾਥੀ, ਅਤੇ ਨਾ ਹੀ ਕੋਈ ਤੇਜ ਚਾਲ ਘੋੜਾ ਉਸ ਮਨ ਤੱਕ, ਨਾ ਕੋਈ ਉੱਡਣ ਵਾਲਾ ਪੰਛੀ ਤੇ ਨਾ ਛਲਾਂਗਾ ਮਾਰਨ ਵਾਲਾ ਹਵਾ ਚਾਲ ਵਾਲਾ ਹਿਰਨ ਪਹੁੰਚ ਸਕਦਾ ਉਹਦੇ ਤੱਕ। ਮਤਲਬ ਤੇਜ਼ ਚੱਲਣ ਵਾਲੇ ਜਾਨਵਰ ਤੇ ਪੰਛੀ ਉਸ ਮਨ ਦੀ ਨੂੰ ਨਹੀਂ ਸਮਝ ਸਕਦੇ। ਪਹੁੰਚੇ ਨਾ ਪਵਨ ਗਮਨ ਤ੍ਰੇ ਪਵਨ ਪ੍ਰਤ, ਅਰਧ ਉਰਧ ਅੰਤਰੀਚ ਹੋਏ ਨਾ ਪਾਵੇ। ਤੇ ਉਸ ਮਨ ਦੀ ਦੌੜ ਤੱਕ ਹਵਾ ਵੀ ਨਹੀਂ ਪਹੁੰਚ ਸਕਦੀ, ਜਿਸ ਦੀ ਪਹੁੰਚ ਤਿੰਨਾਂ ਭਵਨਾਂ ਤੱਕ ਹੈ। ਤੋਂ ਹੇਠਾਂ ਪਤਾਲ ਤੱਕ ਤੇ ਉੱਪਰ ਆਕਾਸ਼ ਤੇ ਪਰਲੋਕ ਤੱਕ ਹੀ ਪਹੁੰਚਣ ਵਾਲਾ ਇਸ ਮਨ ਦੀ ਦੌੜ ਨੂੰ ਨਹੀਂ ਪਹੁੰਚ ਸਕਦਾ। ਮਨ ਦੀ ਮਤਲਬ ਸਪੀਡ ਬਹੁਤ ਹੈ। ਤੋ ਪੰਚਦੂਤ ਭੂਖ ਭੂਤ, ਪੰਚਦੂਤ ਭੂਤ ਲਗ ਅਦਮ ਅਸਾਧ ਮਨ, ਗਹੇ ਗੁਰੂ ਗਿਆਨ ਸਾਧ ਸੰਗ ਬਸ ਆਵੇ। ਤੋ ਭੂਤਾਂ ਵਾਂਗ ਚੰਬੜੇ ਹੋਏ ਮਾਇਆ ਦੇ ਪੰਜੇ ਦੂਤਾਂ, ਕਾਮ ਕ੍ਰੋਧ ਆਦਿਕ ਦੇ ਢਏ ਚੜਿਆ ਨੀਚ ਤੇ ਅਸਾਧ ਮਨ, ਜੇ ਸਾਧੂ ਸਤਪੁਰਸ਼ਾਂ ਦੀ ਸੰਗਤ ਸਦਕਾ ਸੰਗਤ ਵਿੱਚ ਆ ਜਾਏ, ਸਤਿਗੁਰੂ ਦੇ ਉਪਦੇਸ਼ ਬਾਣੀ ਨੂੰ ਸਰਵਣ ਕਰੇ, ਗ੍ਰਹਿਣ ਕਰੇ, ਤਾਂ ਇਹ ਅਮੋੜ ਮਨ ਵਸ ਵਿੱਚ ਆ ਜਾਂਦਾ, ਤਾਂ ਇਹ ਅਮੋੜ ਮਨ ਵਸ ਵਿੱਚ ਆ ਜਾਂਦਾ। ਸਾਧ ਸੰਗ ਬਸ ਆਵੇ। ਹੋਰ ਕੋਈ ਤਰੀਕਾ ਨਹੀਂ ਇਹਨੂੰ ਵਸ ਕਰਨ ਦਾ। ਬਾਬਾ ਨਾਨਕ ਕੀ ਕਿਰਪਾ ਕਰੇ तो मन वस आवे नानका, जो पूर्ण कृपा हो। आंध्रे को शब्द सुरत, आंध्र आंध्रे को अन्य पुरुष, आंध्रे को शब्द सुरत कर चार टेक, बहरे चरण कर दृष्ट शब्द है। अन्य नू बोल बाणी, कन्ना दी स्रोत, हत्थां ते पैर दी टेक हुंदी है। अन्य नू बोल बाणी, कन्ना दी स्रोत, हत्थां ते पैरां दी टेक हुंदी है। अते बोले नू पैरां हत्थां
ਨੇਤਰਾਂ ਦੀ ਦ੍ਰਿਸ਼ਟੀ ਤੇ ਬੋਲ ਬਾਣੀ ਦੀ ਓਟ ਹੁੰਦੀ ਹੈ। ਹਾਂ, ਅੰਨੇ ਨੂੰ ਸ਼ਬਦ ਸੁਰਤ। ਗੂੰਗੇ ਟੇਕ ਚਰ ਕਰ, ਗੂੰਗੇ ਟੇਕ ਚਰ ਕਰ, ਦ੍ਰਿਸ਼ਟ ਸ਼ਬਦ ਸੁਰਤ ਲਿਵ, ਲੂਲੇ ਟੇਕ ਦ੍ਰਿਸ਼ਟ ਸ਼ਬਦ ਸੂਤਰ, ਸੁਰਤ ਪਦ ਹੈ। ਗੂੰਗੇ ਨੂੰ ਪੈਰਾਂ ਹੱਥਾਂ ਅੱਖਾਂ ਦੀ ਨਿਗਾਹ ਤੇ ਬੋਲ ਬਾਣੀ ਦੀ ਸਰੋਤ ਸੁਣਨ ਵਾਲੇ ਕੰਨਾਂ ਦੀ ਲਿਵ ਦੀ ਟੇਕ ਹੁੰਦੀ ਹੈ। ਅਤੇ ਲੁੰਝੇ ਹੱਥਾਂ ਤੋਂ ਹੀਣੇ ਨੂੰ ਅੱਖਾਂ ਦੀ ਨਿਗਾਹ, ਬੋਲ ਬਾਣੀ ਸਰੋਤ ਸੁਣਨ ਵਾਲੇ ਕੰਨਾਂ ਤੇ ਪੈਰਾਂ ਦੀ ਓਟ ਹੁੰਦੀ ਹੈ। ਪਾਂਗੁਰੇ ਕੋ ਟੇਕ ਦ੍ਰਿਸ਼ਟ ਸ਼ਬਦ ਸੁਰਤ ਕਰ, ਟੇਕ ਏਕ ਏਕ ਅੰਗਹੀਨ ਦੀਨਤਾ ਅਛਦ ਹੈ। ਪੈਰਾਂ ਤੋਂ ਹੀਣੇ ਪਿੰਗਲੇ ਨੂੰ ਅੱਖਾਂ ਦੀ ਦ੍ਰਿਸ਼ਟੀ, ਬੋਲ ਬਾਣੀ ਕੰਨਾਂ ਦੀ ਸਰੋਤ ਤੇ ਹੱਥਾਂ ਦੀ ਟੇਕ ਹੁੰਦੀ ਹੈ। ਤੋ ਇੱਕ ਇੱਕ ਅੰਗ ਦੀ ਟੇਕ ਤੋਂ ਹੀਣੇ ਹੋਣ ਦੇ ਬਾਵਜੂਦ ਅੰਨੇ, ਬੋਲੇ, ਗੂੰਗੇ, ਲੁੰਝੇ ਤੇ ਪਿੰਗਲੇ ਦੀ ਦੂਜੇ ਅੰਗਾਂ ਦੇ ਸਹਾਰੇ ਦੀਨਤਾ ਮੁਤਾਜੀ ਲੁਕੀ ਰਹਿੰਦੀ ਹੈ। ਅੰਧ ਅੰਗ ਸੁਣ ਪੰਗ, ਲੁੰਝ ਦੁੱਖ, ਪੁੰਜ ਮਮ, ਅੰਤਰ ਕਹਿ ਅੰਤਰਜਾਮੀ ਪ੍ਰਬੀਨ ਸਦ ਹੈ। ਇਹਨਾਂ ਸਾਰਿਆਂ ਨੂੰ ਮਤਲਬ ਇੱਕ ਇੱਕ ਅੰਗ ਨਾ ਹੋਣ ਕਰਕੇ ਵੀ ਫਿਰ ਵੀ ਉਹ ਆਪਣਾ ਕੰਮ ਚਲਾ ਰਿਹਾ ਹੈ, ਮਤਲਬ ਆਪਣਾ ਕੰਮ ਚਲਾ ਰਿਹਾ ਹੈ। ਸੋ ਮੈਂ ਅੰਨਾ, ਗੂੰਗਾ, ਬੋਲਾ, ਪਿੰਗਲਾ ਤੇ ਲੁੰਝਾ ਸਾਰੇ ਅੰਗਾਂ ਤੋਂ ਹੀਣਾ, ਦੁੱਖਾਂ ਦਾ ਪੁੰਜ ਹਾਂ। ਹੇ ਸਤਿਗੁਰੂ ਜੀਓ, ਤੁਸੀਂ ਸਦਾ ਮੇਰੇ ਅੰਦਰ ਦੀ ਪੀੜਾ ਜਾਣਨ ਵਾਲੇ ਸੁਗੜ ਸੁਜਾਨ ਹੋ। ਭਾਵ ਮੈਂ ਸਭ ਸਾਧਨਾ ਤੋਂ ਵਿਹੂਣਾ, ਨੇਤਰ ਆਪ ਦੇ ਦਰਸ਼ਨ ਤੋਂ ਵਿਰਵੇ ਹਨ। ਤੁਹਾਡੇ ਦਰਸ਼ਨ ਨਹੀਂ ਹੋਏ, ਅੱਖਾਂ ਨੂੰ ਕੀ ਕਰਨਾ? ਕੰਨ ਸ਼ਬਦ ਸੁਰ ਦੀ ਸਰੋਤ ਤੋਂ ਹੀਣੇ ਹਨ, ਕੰਨਾਂ ਨੂੰ ਕੀ ਕਰਨਾ? ਹੱਥ ਸੇਵਾ ਤੋਂ ਵਾਂਝੇ ਹਨ, ਕੀ ਕਰਨਾ ਹੱਥਾਂ ਨੂੰ? ਪੈਰ ਆਪ ਦੇ ਮਾਰਗ ਵੱਲ ਨਹੀਂ ਚੱਲਦੇ, ਕੀ ਪੈਰਾਂ ਨੂੰ ਮੈਂ ਕੀ ਕਰਨਾ? ਮੈਂ ਇਹਨਾਂ ਸਾਰੇ ਅੰਗਾਂ ਤੋਂ ਹੀਣਾ ਦੁਖੀ ਹਾਂ, ਇਸ ਲਈ ਤੁਸੀਂ ਮੇਰੀ ਪੀੜਾ ਨੂੰ ਨਿਵਾਰੋ ਜੀ। ਅੰਤਰਜਾਮੀ ਪ੍ਰਬੀਨ। ਸੋ ਆਂਦਰੇ ਕੋ ਸ਼ਬਦ ਸੁਰਤ ਕਰ ਚਾਰ ਟੇਕ, ਅੰਧ ਗੁੰਗ ਸ਼ਬਦ ਸੁਰਤ ਕਰ ਚਰ ਹੈ। ਅੰਨੇ ਨੂੰ ਬੋਲ ਬਾਣੀ, ਕੰਨਾਂ ਦੀ ਸਰੋਤ, ਹੱਥਾਂ ਤੇ ਪੈਰਾਂ ਦੀ ਟੇਕ ਹੁੰਦੀ ਹੈ। ਅਤੇ ਜੇ ਕੋਈ ਅੰਨਾ ਵੀ ਹੋਵੇ ਤੇ ਗੂੰਗਾ ਵੀ, ਤਾਂ ਉਸ ਨੂੰ ਦੂਜਿਆਂ ਦੀ ਬੋਲ ਬਾਣੀ, ਕੰਨਾਂ ਦੀ ਸਰੋਤ, ਹੱਥਾਂ ਤੇ ਪੈਰਾਂ ਦਾ ਸਹਾਰਾ ਹੁੰਦਾ। ਅੰਧ ਗੁੰਗ ਸੁਣ ਕਰ ਚਾਰ ਅਵਲਿੰਬ ਟੇਕ, ਅੰਧ ਗੁੰਗ ਸੁਣ ਪੰਗ ਟੇਕ ਏਕ ਕਰ ਹੈ। ਜੇ ਕੋਈ ਅੰਨਾ ਵੀ ਤੇ ਗੂੰਗਾ ਵੀ ਅਤੇ ਬੋਲਾ ਵੀ ਹੋਵੇ ਤਾਂ ਉਸ ਨੂੰ ਹੱਥਾਂ ਦੀ ਟੇਕ ਅਤੇ ਪੈਰਾਂ ਦਾ ਸਹਾਰਾ ਹੁੰਦਾ ਹੈ। ਪਰ ਜੇ ਕੋਈ ਅੰਨਾ ਵੀ, ਗੂੰਗਾ ਵੀ, ਬੋਲਾ ਵੀ ਤੇ ਪਿੰਗਲਾ ਵੀ ਹੋਵੇ ਤਾਂ ਉਸ ਲਈ ਇੱਕ ਹੱਥਾਂ ਦੀ ਓਟ ਹੁੰਦੀ ਹੈ। ਅੰਧ ਗੁੰਗ ਸੁਣ ਪੰਗ ਲੁੰਝ ਦੁੱਖ ਪੁੰਜ ਸਮਮ, ਸਰਬੰਗ ਹੀਨ ਦੀਨ ਦੁਖਤ ਆਧਾਰ ਹੈ। ਪਰ ਮੈਂ ਤਾਂ ਦੁੱਖਾਂ ਦਾ ਪੁੰਜ ਹਾਂ। ਕਿਉਂ? ਮੈਂ ਅੰਨਾ, ਗੂੰਗਾ, ਬੋਲਾ, ਪਿੰਗਲਾ ਤੇ ਲੁੰਝਾ ਸਾਰੇ ਅੰਗਾਂ ਤੋਂ ਹੀਨ ਤੇ ਆਤਰ ਹਾਂ ਅਤੇ ਦੁਖੀ ਹੋਇਆ ਬੇਆਸਰਾ ਹਾਂ। ਅੰਤਰ ਕੀ ਅੰਤਰਜਾਮੀ ਜਾਣੇ, ਅੰਤਰ ਕੀ ਅੰਤਰਜਾਮੀ ਜਾਣੇ ਅੰਤਰਗਤ, ਤੂੰ ਕੈਸੇ ਨਿਰਵਾਹ करे सरे नर हर है। हे नर हर, हे प्रभु, हे सतगुरु जी, हे नानक वाहिगुरु जी, तुसी अंदर दी गति जानन वाले अंतरजामी हो। मैं अंदर दी पीड़ा किवें दसां, किवें निर्वाह करां, जीवन बतावां अते मेरी किवें सरेगी। भाव मैं किवें भाव सागर तो पार तुहाडे तो बगैर, तुहाडी बख्शिश तो बगैर, मैं अन्ना गूंगा बोला किवें तुहाडी बख्शिश तो बगैर सचखंड पहुंचांगा।
किवें पहुंचांगा? नहीं पहुंच सकदा। चकी चकोर मिर्ग मीन भृंग और पतंग, प्रीत एक अंगी बहुरंगी दुखदाई है। चकवी दी सूरज नाल, चकोर दी चंद नाल, हिरन दी घंडे हेड़े दी आवाज नाल धुनी नाल, मच्छी दी जल नाल, भौरे दी कमल फुੱਲ नाल ਅਤੇ पतंग दी दीवे दी लाट नाल प्रीत एक पासड़ हुंदी है। भाव इन्हां दे प्यारिਆਂ नालों ਵੱਲੋਂ प्रीति नहीं हुंदी, इन्हां दे प्यारिਆਂ ਵੱਲੋਂ प्रीति नहीं हुंदी। जिवें अग दी पतंगे नाल प्रीत होवे ते ਉਹਨੂੰ ना साड़े तो साड़ दिंदी है, तो साड़ दिंदी है। सूरज थल्ले आ जाए, चंद्रमा थल्ले आ जाए, नहीं, एक पासड़ प्रीत है ना। ते एक पासड़ प्रीत कई तरह नाल दुखदाई हुंदी है। एक एक टेक में तरत न मरत सभे, आद अंत की सो चाल चली जग माई जग आई है। तो ये सारे प्रीतवान एक एक पासे दी प्रीति दे निश्चय ते टलदे नहीं, आखे भी नहीं लगते ना, टलदे नहीं, अते प्रीत निभाउंदियां जान दे दिंदे हैं, जान दे दिंदे हैं। तो जगत दी प्रीत रीत दी ये चाल आद अंत सदा ही चली आई है। मतलब तरत ना मरे सभे, सारे मर जाते हैं, ये सारे ही मरते हैं नरकां विच। मतलब एक पासड़ प्रीत मेरे गुरु नानक दी तो सचखंड तक जाते, ये तो सारे मर जाने, नरकां में जाने। गुरमुख संगत में अगे आ गया, गुरमुख संगत में लाभ को प्रताप ऐसो, लोग परलोक सुखदायक सहाय है। देखिया जी, मेरा बाबा नानक इत्थे भी प्यार करदा है, छड्ड नहीं दिंदा, तुहानूं सचखंड लै जांदा है। पर सतगुरु अते गुरसिख दा मिलाप दो पासड़ प्रीत है दा महत्म किहो जिहा है, जो इस लोक लई भी अते परलोक लई भी सुखदाई ते सहायक है। इत्थे भी गुरु साहब भी मेहर करदे, उत्थे भी गुरु साहब भी मेहर करदे। तो गुरमत सुन सारियां दी एक पासड़ प्रीत आ, पर मेरा गुरु नानक दोवां पासियां दोवां जहानां विच। तो गुरमत सुन दुरमत ना मिटत जाकी, एह मिल चंदन जो बिख ना मिटाई है। जेड़े भाई मनमुख गुरु दी ऐसी सुखदाई प्रीति हुंदियां निकट वस के भी अंदर ही है, गुरु नानक दा अंदर ही है। जो गुरु दी मत ना सुने, ग्रहण नहीं करदा, अमृत नहीं छकदा, सिमरन नहीं करदा, अते जिस दी खोटी मत दूर ना होवे, तो उसनूं इहो जानो जिवें चंदन नूं मिल के भी सप अपनी जहर नहीं छड़दा। चंदन नाल लपेटा मारदा रहिंदा, तुसीं चंदन दा नज़ारा नहीं देखिया। चंदन सप लिपट जांदा, चंदन ठंडा हुंदा ना बहुत, ते अपनी जुबान नाल उहनूं चटदा रहिंदा। पर इन्नी शीतलता ग्रहण करन नाल इन्ना बूटा आले दुआले सारा चंदन वाला हो गया, सप दी जहर नहीं जाती, बस उत्थों स्वाद ठंड मारदा रहिंदा, पर जहर नहीं जाती। मनमुख इदां ही है, गुरुद्वारे आया अमृत छकण नूं तैयार नहीं, गुरुद्वारे आया ग्रह छड्डण नूं तैयार नहीं, गुरुद्वारे आया रहत रखण नूं तैयार नहीं, गुरुद्वारे आया सिमरन करन नूं तैयार नहीं, बाणी विचारन नूं तैयार नहीं, चरण धूड़ लैण नूं तैयार नहीं। मीर को ना सुरत, जल को ना शब्द ज्ञान, तो दुबदा मिटाए ना सख्त जल मीन की। तो मच्छी नूं ये सूझ-बूझ नहीं कि जल उसकी कोई सहायता करेगा, मच्छी नूं सूझ-बूझ नहीं है। ते पानी नूं बोल बाणी दा ज्ञान नहीं, जो मच्छी नूं दुख वेले उसकी पुकार सुन सके। इस करके पानी उसनूं प्यार करन वाला मच्छी दी दुख वेले पीड़ा मिटा नहीं सकदा। सर सरता अथा परबल प्रभा बसे, ग्रसे लो राख ना सकत मतहीन ही। सो मच्छी सरोवर नदी दे अथा ते परबल प्रवाह विच वसदी है, पर जद किते फंदक दी लोहे दी कुंडी निगल लैंदी है तां ओह मत मारी जाती है। कि उस मत मारी दी उसका प्यारा जल राखी नहीं कर सकता। की फिर प्यारा की है, राखी तो कर नहीं सकता, फिर की प्यारा होया। सो जल बिन तरफ तजित प्रिय प्राण मीन,
जानत ना पीर नीर दीन ताई दीन की। तो पानी दे बाहर आउण नाल मच्छी जल बिन तड़फदी है ते प्यारे जल तो विछड़ के प्राण त्याग दिंदी है, पर पानी विचारी मच्छी दी दुख दी पीड़ा नूं नहीं जानदा। दुखदाई प्रीत की प्रतीत मीन कुल दृढ़, तो गुर सिख बंस त्रिग प्रीत पर अधीन की। तो मच्छी की सारी कुल विच अजिही एक पाछड़ दुखदाई प्रीति पूरी प्रतीति नाल निभ रही है। एक दुखदाई प्रीति है। गुरु ते सिख दी प्रीत परस्पर दुपासड़ है, इत्थे भी ते सचखंड भी। गुर दुख वेले सिख दा सहाई हुंदा है, पर जेड़ा गुरसिख श्रेणी विचों हो के, गुरसिख श्रेणी विचों हो के सच्चे गुरु नूं प्रीत करन दी थां कच्चे पखंडवां गुरुआं कोल देहधारी गुरुआं कोल पर अधीनगी करदा है, उसदी अजिही प्रीति फिटकारजोग है। फिट लांत सिख हो के देहधारी गुरु कोल जांदा है। फिट लांत हजार वारी ओदे फिट लांत गुरसिख बंस त्रिग प्रीत पर अधीन है। फिटे लांत देहधारी गुरु को ब्यासा जान नूर महल जान वाले दा फिटे लांत देहधारी गुरु कोल जांदा। देखिया एडा वड्डा गुरु नानक छड्ड के गुरु कोल जांदा। ये भाई इहदे विच भी कोई खेड है, ये कर्मां दी खेड है। इसे करके क्या ना एक पिक्चर बनाउणी चाहिदी सानू। तुहाडे कित्थे नुक्स पै गया कि तुसीं एडे वड्डे गुरु नानक नूं छड्ड के ਉਹ गंद दी टोकरी कोल चले गए? कित्थे फर्क पै गया कि तुसीं अमृत नहीं छकिया? कित्थे फर्क पै गया कि तुहानूं अपने आप दी मूल पछाण, अपना मूल पछाण? कित्थे फर्क पै गया कि तुसीं अपने आप नूं पछाण ही नहीं सके? बस इहो ही एक गल समझाउण वाली है, पर किवें समझाइए? हर गल ते देखो ना सतोगुणी पैसा चाहिए। सतोगुणी पैसा परोपकारी नहीं। एक पिक्चर बन जाए इंग्लिश हिंदी विच सारिਆਂ ਨੂੰ दिखाई जाए, 300 करोड़ बंदा बदल जाए महाराज, कित्थे भुल्ले फिरदे हो? हर बंदा सुख चाहुंदा। पिक्चर ही ना ही रख दिओ सुखां दा घर, सदीवी सुख फॉर एवर हैप्पीनेस, सदीवी सुख ਆਪਾਂ ਤਾਂ रख नहीं सकते। दीपक में आवत पतंग प्रीत रीत लग, तो दीपक है महा विपरीत मिले जा है। तो दीवे दी लाड़ ते पतंगा प्रीत रीत दे अधीन होगा, ओदा प्यार है अग नाल, ते उस प्यार दे रीत अनुसार ओदी विधि अनुसार वो प्रीत रीत दे अधीन आउंदा है। पर दीवे का वरताव बिल्कुल उल्ट है कि पतंगे नूं मिलन ते उसनूं साड़ दिंदा। आ प्यार है, उल्टा ही प्यार आ। भी तू तेरे नाल ओहदा किन्ना प्यार है, बेचारा उड़ के आउंदा ते तू ओहनूं बचा लै ना, दीवा साड़ दिंदा। लै आउंदे नेड़े आया नहीं ते सड़िया नहीं। आ प्यार है। इन्हां दे गुरु इदां दे हुंदे, देहधारी गुरु इदां दे हुंदे। पुत्रा तू देहधारी गुरु कोल जाना ना, कोई फिक्र ना कर, जे ना धर्मराज ने इदां पाड़ के साड़ के पतंगे वांगू रख दिता ते मेरा नाम हटा दी। तैनूं दसता ही मैं, ਜਿਹੜਾ देहधारी गुरु कोल जांदा पतंगे वांगू ना धर्मराज ने साड़ के रखता है। धर्मराज जी है कौन? इन्हां दी नरकां नाल पूरा टेंडर भरिया, धर्मराज ने इहदा टेंडर कढ़िया होया। जिन्ने बंदे तेरे कोल आउणगे मैं इदां ही पतंगे वांगू साड़ के रख दूंगा। तू आ जा। अल चल आवत कमल पै स्नेह कर। अल हुंदा भौरा, चल आवत आउंदा है कमल के कोल, कमल पै स्नेह कर, प्यार नाल आउंदा, उहनूं सुंघण आउंदा, उहदी खुशबू लैण आउंदा। ते कमल संपुट बांध प्राण पर हार है। देखिया जी भौरा प्यार निभाउंदियां चल के कमल फुੱਲ कोल आउंदा, पर कमल सूरज दे अस्त होण ते उसनूं अपणियां पखड़ियां ते डब्बी विच बंद करके उसदे प्राण खत नूं मार दिंदा। चल है पुत्रा तू भौरा ते देहधारी गुरु तेरा देखी जरा एक दिन दा तेनू प्यार करूगा, सवेरे सवेरे तेनू प्यार करूगा, शामी विच ही घुट लऊगा, बस मर गया उत्थे। जे ना तेनू मार दिता ना इन्हें तो मेरा नाम हटा दी। गुरु नानक नूं छड्ड के और गुरु ग्रंथ साहिब जी नूं छड्ड के, गुरुद्वारे नूं छड्ड के, जिन्हें तेनू जन्म दिता है अपने पिता नूं छड्ड के उस हरामी कोल जाना ना, मर जाना तू। भाई गुरदास मैं तो नहीं कह रहा, नो मैं तो तुहानूं अगे कहा, मैं तो कभी किसी नूं कुछ कहता ही नहीं। आई डोंट वांट टू से एनीथिंग।
आई डोंट वांट टू पास कमेंट ऑन एनीबॉडी। ਹੁਣ ਤਾਂ ਮੈਨੂੰ ਸਮਝ ਆ ਗਈ ਗੱਲ, ਇਹ ਵੀ ਵਾਹਿਗੁਰੂ ਦੀ ਖੇਡ ਆ। ਇਹ ਤਾਂ ਭਾਈ ਗੁਰਦਾਸ ਜੀ ਕਹਿ ਰਹੇ ਆ ਕਿ ਏਦਾਂ ਤੇਰੀ ਜਾਨ ਗਵਾ ਜਾਣੀ ਆ। ਜੇ ਤੈਨੂੰ ਅਜੇ ਵੀ ਨਹੀਂ ਸਮਝ ਆਉਣੀ, ਤੈਨੂੰ ਕਦੀ ਵੀ ਸਮਝ ਨਹੀਂ ਆਉਣੀ। ਅਜੇ ਵੀ ਨਹੀਂ ਸਮਝ ਆਉਣੀ ਤੇ ਕਦੀ ਵੀ ਸਮਝ ਨਹੀਂ ਆਉਣੀ। ਨੈਵਰ ਇਨ ਲਾਈਫ ਤੁਸੀਂ ਅੰਡਰਸਟੈਂਡ ਕਰ ਹੀ ਨਹੀਂ ਸਕਦੇ ਇਸ ਗੱਲ ਨੂੰ। ਭਾਈ ਔਖੀ ਹੈ। ਚਲੋ, ਮਨ ਬਚ ਕਰਮ ਜਲ ਮੀਨ ਲਿਵ ਲੀਨਗਤ, ਵਿਚਰਤ ਰੱਖ ਨਾ ਸਕਤ ਗਹਿ ਡਰ ਹੈ। ਤੇ ਮਨ ਕਰਕੇ, ਬਾਣੀ ਕਰਕੇ, ਕਰਮਾਂ ਕਰਕੇ ਭਾਵ ਪੂਰਨ ਤੌਰ ਤੇ ਅੰਦਰੋਂ ਬਾਹਰੋਂ ਮੱਛੀ ਦੀ ਕਿਰਿਆ ਪਾਣੀ ਵਿੱਚ ਲਿਵਲੀਨ ਰਹਿਣਾ। ਪਰ ਜਦ ਉਹ ਫਾਹੀ, ਮੱਛੀ ਫੜਨ ਵਾਲਾ ਫਾਹੀ ਆ ਕੇ ਫੜ ਕੇ ਪਾਣੀ ਤੋਂ ਬਾਹਰ ਸੁੱਟਦਾ ਤਾਂ ਵਿਛੜੀ ਹੋਈ ਦੀ ਪਾਣੀ ਰਾਖੀ ਨਹੀਂ ਕਰ ਸਕਦਾ, ਨਹੀਂ ਨਾ ਕਰ ਸਕਦਾ। ਉਹ ਤੇਰਾ ਦੇਹ ਤੇਰੇ ਗੁਰੂ ਆ, ਸਮੁੰਦਰ ਆ ਕਿੱਡਾ ਵੱਡਾ ਆ, ਮੱਛੀ ਦੀ ਰਾਖੀ ਕਿੱਡਾ ਵੱਡਾ ਨਾਂ ਇਹਨਾਂ ਦਾ, ਲੱਖਾਂ ਦਾ ਇਕੱਠ ਹੈ ਇਹਨਾਂ ਕੋਲ, ਲੱਖਾਂ ਦਾ ਸਮੁੰਦਰ ਜਿੱਡੇ ਆਏ। ਸਾਡੇ ਤਾਂ ਗੁਰੂ ਦਾ ਇਕੱਠ ਹੀ ਬਹੁਤ ਛੋਟਾ, ਔਖੀ ਹੈ ਨਾ ਖੇਡ ਸਾਡੀ, ਬਹੁਤ ਔਖੀ ਹੈ। ਸਾਡਾ ਤਾਂ ਇਕੱਠ ਹੀ ਨਾ ਕੋਈ ਸਿਮਰਨ ਕਰਦਾ, ਤੂੰ ਸਮੁੰਦਰ ਉਹਦੀ ਰੱਖਿਆ ਨਹੀਂ ਕਰ ਸਕਿਆ, ਮੱਛੀ ਦੀ ਫੜ ਲਿਆ ਉਹਨੇ। ਦੁਖਦਾਈ ਪ੍ਰੀਤ ਕੀ ਪ੍ਰਤੀਤ ਨਾ ਮਰੇ ਨਾ ਟਰੇ, ਕਿ ਗੁਰ ਸਿੱਖ ਸੁਖਦਾਈ ਪ੍ਰੀਤ ਇਉਂ ਵਿਸਾਰ ਹੈ। देख लो भाई, देख ले। तो पतंगे भौरे दी, मच्छी दी एक पासड़ दुखदाई प्रीत पूर्ण भरोसे वाली होने करके हरेक प्रेमी अपने प्यारे लई मर मिटदा है, पर प्रीत करन तो टलदा नहीं। इन्हां एक पासड़ प्रीतां दे सामने गुरु ते सिख दी प्रीत दुपासड़ है। सतगुरु अपने प्रीतवान सिख नूं इतों चितों प्यारदा है, राखी करदा है। फिर ऐसे सतगुरु दी सुखदाई प्रीत नूं सिदकवान सिख क्यों ते किवें विसार सकदा है। देखो देखो भाई, दीपक पतंग दिव दृष्ट दर्शहीन, दीपक पतंग दिव दृष्ट दर्शहीन, श्री गुरु दर्श ध्यान त्रिभुवन गमता। ਦੀਵੇ ਦੀ ਜੋਤ ਤੋਂ ਪਤੰਗੇ ਨੂੰ ਪ੍ਰਕਾਸ਼ ਦ੍ਰਿਸ਼ਟੀ ਤਾਂ ਕੀ ਲੱਭਣੀ ਸੀ, ਉਹ ਤਾਂ ਸੜ ਮਰਨ ਕਰਕੇ ਦਰਸ਼ਨਾਂ ਤੋਂ ਵੀ ਹੀਣਾ ਹੋ ਜਾਂਦਾ ਹੈ। ਪਰ ਸਤਿਗੁਰੂ ਦੇ ਦਰਸ਼ਨ ਧਿਆਨ ਨਾਲ ਗੁਰੂ ਦੇ ਸੇਵਕ ਦੀ ਅਜਿਹੀ ਦ੍ਰਿਸ਼ਟੀ ਪ੍ਰਕਾਸ਼ਦੀ ਹੈ ਕਿ ਜਿਸ ਨਾਲ ਉਸਦੀ ਤਿੰਨਾਂ ਲੋਕਾਂ ਤੱਕ ਪਹੁੰਚ ਹੋ ਜਾਂਦੀ ਹੈ। ਦੇਖਿਆ ਜੇ ਫਰਕ, ਤਿੰਨਾਂ ਲੋਕਾਂ ਵਿੱਚ ਵਰਤ ਰਿਹਾ ਵਰਤਾਰਾ ਉਸਦੀ ਦ੍ਰਿਸ਼ਟੀ ਵਿੱਚ ਆ ਜਾਂਦਾ। ਦੇਖ ਲਿਆ ਜੇ। ਹੁਣ ਇੱਕ ਗੱਲ ਇੱਥੇ ਹੋਰ ਆ ਗਈ, ਕੀ ਦੇਹਧਾਰੀ ਗੁਰੂ ਨੂੰ ਮੰਨਣ ਵਾਲਾ ਤਿੰਨਾਂ ਲੋਕਾਂ ਦੀ ਸੋਝੀ ਰੱਖਦਾ, ਜਾਂ ਉਹਨਾਂ ਤਾਂ ਗੁਰੂ ਤਿੰਨਾਂ ਲੋਕਾਂ ਦੀ ਸੋਝੀ ਰੱਖਦਾ? ਦੱਸੋ ਦੱਸੋ ਭਾਈ, ਰੱਖਦਾ ਸੋਝੀ? ਬਾਸਨਾ ਕਮਲ ਅਲ ਭਰਮਤ ਨਾ ਰਾਖ ਸਕੇ, ਤੋ ਚਰਨ ਸ਼ਰਨ ਗੁਰ ਅਨੰਤ ਨਾ ਗਮਤਾ। ਭੌਰਾ ਕੋਲ ਫੁੱਲ ਦੀ ਸੁਗੰਧੀ ਤੇ ਸੁਗੰਧ ਮੁਗਤ ਹੁੰਦਾ ਹੈ, ਪਰ ਕੌਲ ਫੁੱਲ ਉਸਨੂੰ ਹੋਰ ਫੁੱਲਾਂ ਤੋਂ ਭਟਕਣੋਂ ਰੋਕ ਨਹੀਂ ਸਕਦਾ, ਉਹ ਹੋਰ ਫੁੱਲਾਂ ਤੇ ਵੀ ਜਾਂਦਾ। ਪਰ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਵਾਲਾ ਅਨੰਨ ਸੇਵਕ ਹੋਰ ਕਿਤੇ ਨਹੀਂ ਜਾਂਦਾ, ਉਹ ਉੱਥੇ ਹੀ ਮਸਤ ਰਹਿੰਦਾ। ਗੁਰੂ ਨਾਨਕ ਨੂੰ ਛੱਡ ਕੇ ਗੁਰਸਿੱਖ ਨਹੀਂ ਕਿਤੇ ਜਾ ਸਕਦਾ। ਮੀਲ ਜਨ ਪ੍ਰੇਮ ਨੇਮ ਅੰਤ ਨਾ ਸਹਾਈ ਹੋਤ, ਗੁਰਸਿੱਖ ਸਾਗਰ ਹੈ ਇਤ ਉਤ ਸਮਤਾ। ਮੱਛੀ ਪਾਣੀ ਨਾਲ ਪ੍ਰੀਤ ਦੀ ਕਿਰਿਆ ਅੰਤ ਤੱਕ ਨਿਭਾਉਂਦੀ ਹੈ, ਪਰ ਅੰਤ ਸਮੇਂ ਬੱਧਕ ਦੀ ਫਾਈ ਵਿੱਚ ਪੈਣ ਤੇ ਪਾਣੀ ਉਸਦੇ ਸਹਾਈ ਨਹੀਂ ਹੁੰਦਾ, ਉਸ ਨੂੰ ਮਰਨੋਂ ਨਹੀਂ ਬਚਾ ਸਕਦਾ। ਪਰ ਸਤਿਗੁਰੂ ਸਮੁੰਦਰ ਵਿੱਚ ਤਾਰੀਆਂ ਲਾਉਣ ਵਾਲੇ ਗੁਰਸਿੱਖ ਨੂੰ ਸਤਿਗੁਰੂ ਇੱਥੇ ਉੱਥੇ ਮਾਤਲੋਕ ਪਰਲੋਕ ਵਿੱਚ ਇੱਕ ਸਮਾਨ ਸਹਾਈ ਹੁੰਦਾ ਹੈ। ਏਕ ਏਕ ਟੇਕ ਮੈਂ, ਏਕ ਏਕ ਟੇਕ ਮੈਂ ਤਰਤ ਨਾ ਮਰਤਬ ਸਭੇ, ਸ੍ਰੀ ਗੁਰੂ ਸਰਬੰਗੀ ਸੰਗੀ ਮਹਾਤਮ ਅੰਮ੍ਰਿਤਾ। ਪਤੰਗੀ ਭੌਰੇ, ਪਤੰਗੇ ਭੌਰੇ ਤੇ ਮੱਛੀ ਦੀ ਪ੍ਰੀਤ ਇੱਕ ਅੰਗ ਹੈ, ਇੱਕ ਅੰਗੀ ਹੈ, ਇੱਕ ਪਾਸੜ ਹੈ, ਵਨ ਸਾਈਡਡ ਹੈ। ਤੋ ਇੱਕ ਇੱਕ ਪਾਸੇ ਦੀ ਪ੍ਰੀਤ ਤੋਂ ਟਲਦੇ ਵੀ ਨਹੀਂ,
ਅਤੇ ਇਹ ਸਾਰੇ ਪ੍ਰੀਤ ਨਿਭਾਉਂਦਿਆਂ ਮਰ ਮਿਟਦੇ ਹਨ, ਜਾਣ ਦਿੰਦੇ ਨਰਕਾਂ ਵਿੱਚ ਜਾਂਦੇ ਸਾਰੇ। ਕਿਸੇ ਮੱਛੀ ਭੌਰੇ ਕੋਲੋਂ ਆਪਾਂ ਕੀ ਲੈਣਾ, ਬੰਦੇ ਦੀ ਗੱਲ ਕੀਤੀ ਆ। ਵੀ ਆਇਆ ਤੇਰਾ ਜਿਹੜਾ ਗੁਰੂ ਆ, ਦੋ ਪਾਛੜ ਆ ਕਿ ਇੱਕ ਪਾਛੜ ਹੀ ਆ? ਹਾਂ, ਪਤੰਗੇ ਭੌਰੇ ਮੱਛੀ ਵਰਗੀ ਪ੍ਰੀਤ ਤਾਂ ਨਹੀਂ ਤੇਰੀ, ਪਰ ਸਤਿਗੁਰੂ ਨਾਨਕ ਜੀ ਦੀ ਪ੍ਰੀਤ ਸਭ ਤਰ੍ਹਾਂ ਨਾਲ ਸੁਹਾਈ ਹੁੰਦੀ ਅਤੇ ਵਡਿਆਈ ਇਹ ਹੈ ਕਿ ਜਨਮ ਮਰਨ ਤੋਂ ਮੁਕਤ ਕਰਨ ਵਾਲੀ ਹੈ। ऐसे गुरु को बल बल जाइए आप मुक्त मोह तारे। तेरा गुरु मुक्ता, चल यही ले ला, 10 करोड़ रुपया ले जा, आ जा। तो सतगुरु दी अजे ही सुखदाई प्रीत तो गुरसिख क्यों मुंह मोड़े पाई, वो सानू नहीं समझानी पाई। दीपक पतंग मिल जरत ना राख सके, तो जरे मरे आगे ना परम पद पाए है। वो जिमें ਦੀਵੇ ਦੀ ਜੋਤੀ ਨਾਲ ਪਤੰਗੇ ਦੇ ਮਿਲਣ ਨਾਲ ਦੀਵਾ ਉਸਨੂੰ ਸੜਨ ਤੋਂ ਬਚਾ ਨਹੀਂ ਸਕਦਾ। ਇਸ ਤਰ੍ਹਾਂ ਤੂੰ ਸੜਨ ਮਰਨ ਨਾਲ ਪਰਲੋਕ ਵਿੱਚ ਮੋਖ ਪਦਵੀ ਨਹੀਂ ਪਾਈ ਜਾ ਸਕਦੀ। ਸੜਨ ਨਾਲ ਤਾਂ ਮਰਨ ਨਾਲ ਮੋਖ ਪਦਵੀ ਨਹੀਂ ਪਾਈ ਜਾ ਸਕਦੀ। ਤੋ ਮਤ ਪੁਕਾ ਮਲ ਬਿਲ ਭਰਮਤ ਨਾ ਰਾਖ ਸਕੇ, ਸੰਪਟ ਮੈਂ ਮੂਵੇ ਮੈਂ ਨਾ ਸਹਿਜ ਸੁਮਾਏ ਹੈ। ਦੱਸਿਆ ਵੀ ਤੁਸੀਂ ਸਾਰਿਆਂ ਨਰਕਾਂ ਵਿੱਚ ਜਾਣਾ, ਉਹ ਸਾਨੂੰ ਮੱਛੀ ਨਾਲ ਨਹੀਂ, ਭੌਰੇ ਨਾਲ ਨਹੀਂ, ਸਾਨੂੰ ਕਿਸੇ ਨਾਲ ਨਹੀਂ। ਐਗਜ਼ਾਮਪਲ ਦਿੱਤੀ ਹੈ, ਕੌਲ ਫੁੱਲ ਨਾਲ ਭੌਰੇ ਦੇ ਮਿਲਣ ਨਾਲ ਕੌਲ ਫੁੱਲ ਭੌਰੇ ਨੂੰ ਹੋਰ ਫੁੱਲਾਂ ਤੇ ਭਟਕਣੋਂ ਨਹੀਂ ਰੋਕ ਸਕਦਾ। ਤੋ ਇਸ ਤਰ੍ਹਾਂ ਸੂਰਜ ਅਸਤ ਹੋਣ ਤੇ ਫੁੱਲ ਦੀਆਂ ਪੰਖੜੀਆਂ ਦੀ ਡੱਬੀ ਵਿੱਚ ਬੰਦ ਹੋ ਕੇ ਮਰਨ ਨਾਲ ਸਹਿਜ ਕਰਤਾਰ ਵਿੱਚ ਸਮਾਈ ਨਹੀਂ ਹੋ ਸਕਦੀ। ਮਰ ਗਿਆ ਤੇ ਸਮਾਈ ਕੀ ਹੋਣੀ, ਸਮਾਈ ਤਾਂ ਹੋ ਹੀ ਨਹੀਂ ਸਕਦੀ। ਉਹ ਵੀ ਨਹੀਂ, ਤੂੰ ਵੀ ਨਹੀਂ। ਇਹ ਭੌਰੇ ਦੀ ਨਾ ਮੱਛੀ ਦੀ ਗੱਲ, ਤੇਰੀ ਗੱਲ ਤੇਰੀ। ਤੂੰ ਗੁਰੂ ਨਾਨਕ ਨੂੰ ਛੱਡ ਕੇ ਗਿਆ ਹੋਇਆ ਨਾ। ਜਲ ਮਿਲ ਮੀਨ ਕੀ ਨਾ ਦੁਬਦਾ ਮਿਟਾਏ ਸਕੀ, ਤੋ ਵਿਛੜ ਮਰਤ ਹਰ ਲੋਕ ਨਾ ਪਠਾਏ ਹੈ। ਉਹ ਭਾਈ ਜਲ ਸੰਗ ਮੱਛੀ ਦੇ ਮਿਲਣ ਨਾਲ, ਜਲ ਤੇ ਮੱਛੀ ਦੇ ਵਿਛੜਨ ਸਮੇਂ ਮਰਨ ਦੀ ਪੀੜਾ ਜਲ ਪਾਸੋਂ ਨਹੀਂ ਮਿਟਾਈ ਜਾ ਸਕਦੀ। ਇਸ ਤਰ੍ਹਾਂ ਵਿਛੜ ਕੇ ਮਰਨ ਨਾਲ ਜਲ ਮੱਛੀ ਨੂੰ ਵਿਕੁੰਠ ਧਾਮ ਨਹੀਂ ਭੇਜ ਸਕਦਾ। ਜਲ ਕੋਲ ਇਸੇ ਤਰ੍ਹਾਂ ਤੇਰਾ ਗੁਰੂ ਨਹੀਂ ਭੇਜ ਸਕਦਾ। ਗੱਲ ਤਾਂ ਤੇਰੀ ਕਰ ਰਿਹਾ ਬਾਬਾ, ਮੱਛੀ ਕੋਲੋਂ ਕੀ ਲੈਣਾ। ਤੇ ਇਤ ਉਤ ਸੰਗਮ ਸਹਾਈ ਸੁਖਦਾਈ ਗੁਰ, ਗਿਆਨ ਧਿਆਨ ਪ੍ਰੇਮ ਰਸ ਅੰਮ੍ਰਿਤ ਪਿਆਏ ਹੈ। ਤੋ ਸਤਿਗੁਰੂ ਗੁਰੂ ਨਾਨਕ ਦਾ ਮਿਲਾਪ ਅਥਵਾ ਪ੍ਰੀਤੀ ਲੋਕ ਪਰਲੋਕ ਵਿੱਚ ਸੁਖਦਾਈ ਤੇ ਸਹਾਈ ਹੁੰਦੀ ਹੈ। ਕਿਉਂ ਕਿ ਉਹ ਪ੍ਰੀਤਮ ਗੁਰ ਗਿਆਨ ਦੇਖਿਆ ਬਾਣੀ ਨਾਲ ਜੋੜ ਦਿੰਦਾ ਹੈ ਅਤੇ ਸਤਿਗੁਰੂ ਦੇ ਚਰਨ ਕਮਲਾਂ ਦੇ ਅਲੌਕਿਕ ਧਿਆਨ ਵਾਹਿਗੁਰੂ ਸਿਮਰਨ ਵਿੱਚ ਜੋੜ ਦਿੰਦਾ ਹੈ। ਧਿਆਨ ਸਦਕਾ ਨਾਮ ਸਿਮਰਨ ਦੇ ਪ੍ਰੇਮ ਰਸ ਦੇ ਅੰਮ੍ਰਿਤ ਰਸ ਗੁਰਮੁਖ ਨੂੰ ਪਿਆਲ ਦਿੰਦੀ ਹੈ। ਸੱਚਖੰਡ ਦੇਖੋ ਹੁਣ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ। ਉਹਦਾ ਸੱਚਖੰਡ ਦਾ ਮਾਲਕ ਆ, ਵਕੀਲ ਆ। ਤੇਰਾ ਗੁਰੂ ਹੈਗਾ ਸੱਚਖੰਡ ਦਾ ਮਾਲਕ। ਕਦੀ ਕੋਈ ਤੁਹਾਡੇ ਤੋਂ ਸੱਚਖੰਡ ਗਿਆ? ਇੱਕ ਪਾਛੜ ਪ੍ਰੀਤ ਆ, ਤੁਸੀਂ ਉਹਦੇ ਕੋਲ ਜਾਂਦੇ ਹੋ, ਅੱਗ ਆ, ਤੁਸੀਂ ਪਤੰਗੇ ਹੋ, ਨੇ ਸਾਨੂੰ ਸਾਰਿਆਂ ਨੂੰ ਸਾੜ ਦੇਣਾ। ਮਰਨ ਤੇ ਪਤਾ ਲੱਗੂ ਪੁੱਤਰਾ, ਲੈ ਮੇਰੀ ਗੱਲ ਨੋਟ ਕਰ ਲਾ, ਮਰਨ ਤੇ ਪਤਾ ਲੱਗੂ, ਗੱਲ ਯਾਦ ਕਰੀ, ਸਿੱਧਾ ਧਰਮਰਾਜ ਕੋਲ ਜਾਏਗਾ, ਸਿੱਧਾ। ਇੱਕ ਪੱਖ ਹੋਰ ਸੁਣ ਲਾ, ਕੋਈ ਬੰਦਾ ਨਾ ਆਤਮਾ ਦਾ ਗਿਆਤੀ ਹੋਵੇ, ਜਾਣਨ ਵਾਲਾ ਥੋੜਾ ਬਹੁਤ, ਜਿਵੇਂ ਆਪਣੇ ਦਸਮ ਦੁਆਰੀ ਜਾਂ ਕੋਈ ਹੋਰ ਭੂਤ ਪ੍ਰੇਤ ਵਾਲਾ। ਚਲੋ ਮੈਂ ਤੈਨੂੰ ਇੱਕ ਗੱਲ ਦੱਸਣ ਲੱਗਾ, ਤੂੰ ਇਹਨੂੰ ਪ੍ਰੈਕਟੀਕਲ ਕਰਕੇ ਦੇਖ ਲੈ, ਤੇਰੇ ਕੰਮ ਆਊਗੀ। ਕੀ ਤੂੰ ਨਾ ਉਹ ਭੂਤ ਪ੍ਰੇਤ ਮਾਸਟਰ, ਜਿਹੜਾ ਭੂਤ ਪ੍ਰੇਤ ਦਾ ਮਾਸਟਰ ਹੋਵੇ, ਉਹਨੂੰ ਜਾ ਕੇ ਪੁੱਛ ਕਿ ਮੇਰੇ ਕੋਲ 2 ਜਮਦੂਤ ਖੜੇ ਆ, ਉਹਨੂੰ ਪੁੱਛ ਕੇ ਦੱਸ। ਕਿਆ ਭੂਤਾਂ ਕੋਲੋਂ ਪੁੱਛ ਕੇ ਦੱਸ, ਉਹ ਭੂਤਾਂ ਨਾਲ ਏਦਾਂ ਅੱਖਾਂ ਮੀਟ ਕੇ ਗੱਲ ਕਰ ਲੈਂਦਾ। ਭੂਤਾਂ ਨੂੰ ਪੁੱਛ ਕੇ ਦੱਸ ਤੇ ਜੇ ਤੇਰੇ ਕੋਲ ਜਮਦੂਤ ਖੜੇ ਆ ਤੇ ਸੱਚਖੰਡ ਤੈਨੂੰ ਕੌਣ ਲਿਜਾਊਗੇ? ਤਾਂ ਤੈਨੂੰ ਨਰਕਾਂ ਵਿੱਚ ਲਿਜਾਣਗੇ। ਦੂਸਰਾ ਪੱਖ, ਨਾਲ ਇੱਕ ਗੁਰਸਿੱਖ ਨੂੰ ਲੈ ਜਾਏ ਕਿ ਇਹਦੇ ਕੋਲ 2 ਭੂਤ ਜਮਦੂਤ ਖੜੇ ਆ, ਉਹ ਕਹੇਗਾ ਨਹੀਂ, ਫੇਰ ਯਕੀਨ ਆ ਜਾਊ। ਵਾਹਿਗੁਰੂ ਮੇਰੀ ਗੱਲ ਸੁਣ ਧਿਆਨ ਨਾਲ, ਉਹ ਵਿਛੜਿਆ ਹੋਇਆ ਛੇਕਿਆ ਹੋਇਆ ਗੁਰੂ ਨਾਨਕ ਦੇ ਪੁੱਤਰਾ, ਮੇਰੀ ਗੱਲ ਸੁਣ ਲੈ ਧਿਆਨ ਨਾਲ। ਕਿਸੇ ਸਿਆਣੇ ਕੋਲ ਚਲਾ ਜਾ, ਭੂਤਾਂ ਪ੍ਰੇਤਾਂ ਵਾਲੇ ਮਾਸਟਰ ਕੋਲ, ਉਹਨੂੰ ਇੱਕ ਗੁਰਸਿੱਖ ਨੂੰ ਨਾਲ ਲੈ ਜਾ, ਉਹਨੂੰ ਕਹ ਮੇਰੇ ਕੋਲ ਜਮਦੂਤ ਖੜੇ ਆ, ਜੇ ਕਵੇ ਖੜੇ ਆ ਤੇ ਤੇਰਾ ਸਿੱਧਾ ਨਰਕਾਂ ਨਾਲ ਵਾਹ ਆ, ਤੇ ਜੇ ਗੁਰਸਿੱਖ ਕੋਲ ਨਹੀਂ ਖੜੇ ਉਹਦਾ ਸਿੱਧਾ ਸੱਚਖੰਡ ਨਾਲ ਵਾਹ ਆ। ਇੱਥੋਂ ਤਾਂ ਵਿਸ਼ਵਾਸ ਕਰ ਲਾ, ਕਰਕੇ ਦੇਖ ਲਾ। ਚੱਲ ਮੇਰੀ ਗੱਲ ਮੰਨ ਲੈ, ਨਾਲੇ ਪੁੱਛ ਲਈ ਮੇਰੇ ਗੁਰੂ ਦੇ ਕੋਲ ਭੂਤ ਪ੍ਰੇਤ ਖੜੇ ਆ, ਜਮਦੂਤ ਖੜੇ ਆ, ਪੁੱਛ ਲਈ ਪਿਆਰ ਨਾਲ, ਉਹ ਪੁੱਛ ਲਈ। ਇੱਕ ਹੋਰ ਪੱਖ, ਚਲੋ ਇੱਕ ਹੋਰ ਪੱਖ ਦੱਸਦੇ ਆ। ਤੁਹਾਡੇ ਪਰਿਵਾਰ 'ਚ ਕਿਸੇ ਨੂੰ ਭੂਤ ਪ੍ਰੇਤ ਚੰਬੜ ਗਿਆ, ਹਾਂ, ਉਹਨੂੰ ਫੜ ਕੇ ਚੁੱਕ ਕੇ ਗੁਰਦੁਆਰੇ ਲੈ ਆਓ, ਪਾ ਦਿਓ ਕਿਰਪਾਨ ਕਛਹਿਰਾ ਕੰਗਾ, ਸਿਰ ਕੱਜ ਦਿਓ,
ਤੇ ਸਿਰ ਗੁਰੂ ਸਾਹਿਬ ਨਾਲ ਟੱਚ ਕਰ ਦਿਓ ਤੇ ਬੈਠ ਜਾਓ। ਵਾਹਿਗੁਰੂ ਵਾਹਿਗੁਰੂ ਬੋਲੋ, ਬੋਲੋ ਵਾਹਿਗੁਰੂ। ਘਰ ਬੈਠੇ ਵਾਹਿਗੁਰੂ ਬੋਲੋ, ਭੂਤ ਪ੍ਰੇਤ ਆ ਜਾਊਗਾ ਨੱਠ ਕੇ। ਵਾਹਿਗੁਰੂ ਬੋਲਣਾ ਸ਼ੁਰੂ ਕਰੋ, ਵਾਹਿਗੁਰੂ ਵਾਹਿਗੁਰੂ। ਕਿਰਪਾਨ ਪਾ ਦਿਓ, ਵਾਹਿਗੁਰੂ। ਕਛਹਿਰਾ ਪਾ ਦਿਓ, ਵਾਹਿਗੁਰੂ। ਕੜਾ ਪਾ ਦਿਓ, ਵਾਹਿਗੁਰੂ। ਸਿਰ ਤੇ ਕੰਘਾ ਰੱਖ ਦਿਓ, ਵਾਹਿਗੁਰੂ। ਸਿਰ ਢੱਕ ਦਿਓ ਕੇਸਕੀ ਨਾਲ, ਵਾਹਿਗੁਰੂ। ਜੇ ਨਾ ਨੱਠ ਜਾਏ, ਜੇ ਬਹੁਤ ਵੱਡਾ ਭੂਤ ਆ ਤਾਂ ਉਹਨੂੰ ਗੁਰਦੁਆਰੇ ਲਿਆਓ। ਗੁਰਦੁਆਰੇ ਲਿਆ ਕੇ ਵਾਹਿਗੁਰੂ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਤਾਕਤ ਦੇਖੋ ਫਿਰ ਕੀ ਆ। ਤੇ ਮੈਂ ਤੁਹਾਨੂੰ ਦਿੰਦਾ ਇੱਕ ਬੰਦਾ, ਤੁਸੀਂ ਆਪਣੇ ਸਤਿਗੁਰੂ ਕੋਲ ਲੈ ਜਾਓ, ਉਹਨੂੰ ਕਹਿ ਭੂਤ ਕੱਢ ਦੇਵੇ। ਲਿਆਓ ਲਿਆਓ, ਜੇ ਤੁਹਾਡਾ ਉੱਥੇ ਨਾ ਭੂਤ ਬਣ ਜਾਏ। ਦੀਪਕ ਪਤੰਗ ਅਲ ਕਮਲ ਸਲਲ ਮੀਨ। ਦੀਪਕ ਪਤੰਗ ਅਲ ਕਮਲ ਸਲਲ ਮੀਨ। ਚੱਕਵੀ ਚਕੋਰ ਮਿਰਗ ਰਵ ਸੱਸ ਨਾਦ ਹੈ। ਪਤੰਗੇ ਦੀ ਦੀਵੇ ਦੀ ਜੋਤੀ ਨਾਲ, ਭੌਰੇ ਦੀ ਕਮਲ ਨਾਲ, ਮੱਛੀ ਦੀ ਪਾਣੀ ਨਾਲ, ਚੱਕਵੀ ਦੀ ਸੂਰਜ ਨਾਲ, ਚਕੋਰ ਦੀ ਚੰਦਰਮਾ ਨਾਲ, ਹਿਰਨ ਦੀ ਘੰਡੇ ਹੇੜੇ ਦੀ ਧੁਨੀ ਨਾਲ ਪ੍ਰੀਤ ਹੁੰਦੀ। ਐਗਜ਼ਾਮਪਲ ਹੁੰਦੀ ਹੈ, ਹਾਂਜੀ ਹੁੰਦੀ। ਪ੍ਰੀਤ ਇੱਕ ਅੰਗੀ ਬਹੁ ਰੰਗੀ ਨਹੀਂ, ਸੰਗੀ ਕਹੂ ਸਭੇ ਦੁਖਦਾਈ ਨਾ ਸਹਾਈ ਅੰਤ ਆਦ ਹੈ। ਆਪਾਂ ਨੂੰ ਕਹਿ ਰਹੇ ਆ ਬਾਰ-ਬਾਰ, ਆਪਾਂ ਨੂੰ ਕਹਿ ਰਹੇ ਬਾਰ-ਬਾਰ। ਤੇ ਇਹਨਾਂ ਸਾਰਿਆਂ ਦੀ ਇੱਕ ਪਾਸੜ ਪ੍ਰੀਤ ਹੋਣ ਕਰਕੇ ਬਹੁ ਪ੍ਰਕਾਰੀ ਦੁਖਦਾਈ ਹੈ, ਜੋ ਆਦ ਅੰਤ ਵਿੱਚ ਜੀਂਦਿਆਂ ਮੋਇਆਂ ਕਦੇ ਵੀ ਸਹਾਈ ਨਹੀਂ ਹੁੰਦੀ, ਕਦੀ ਵੀ। ਜੀਵਤ ਨਾ ਸਾਧ ਸੰਗ, ਜੀਵਤ ਨਾ ਸਾਧ ਸੰਗ ਮੂਹੇ ਨਾ ਪਰਮਗਤ। ਜੀਵਤ ਨਾ ਸਾਧ ਸੰਗ ਮੂਹੇ ਨਾ ਪਰਮਗਤ। ਗਿਆਨ ਧਿਆਨ ਪ੍ਰੇਮ ਰਸ ਪ੍ਰੀਤਮ ਪ੍ਰਸਾਦ ਹੈ। ਤੋ ਇੱਕ ਪਾਸੜ ਪ੍ਰੀਤ ਰਚ ਕਰਨ ਹਾਰੇ ਟੇਢੀਆਂ ਜੂਨਾਂ ਵਾਲੇ। ਜੀ ਜੰਤੂਆਂ ਜੀਂਦੇ ਜੀ ਨਾ ਤਾਂ ਸਤਪੁਰਸ਼ਾਂ ਦੀ ਸੰਗਤ ਅਤੇ ਨਾ ਹੀ ਮੋਇਆ ਮੁੱਖ ਪਦਵੀ ਮਿਲ ਸਕਦੀ ਹੈ। ਜੀਂਦਿਆਂ ਨਾ ਤਾਂ ਸਤ ਸੰਗਤ ਮਿਲਦੀ, ਜੀਵਤ ਨਾ ਸਾਧ ਸੰਗ, ਮੋਇਆ ਨਾ ਪਰਮਗਤ, ਮਰਿਆ ਮੁਕਤੀ ਨਹੀਂ ਮਿਲਦੀ। ਗਿਆਨ ਧਿਆਨ ਪ੍ਰੇਮ ਰਸ ਪ੍ਰੀਤਮ ਪ੍ਰਸਾਦ ਹੈ। ਇਹਨਾਂ ਨੂੰ ਮੁਕਤ ਭਗਤੀ ਨਹੀਂ ਮਿਲਦੀ ਭਾਈ। ਜੀਂਦੀਆਂ ਦੇਖ ਲਓ, ਸਾਰਿਆਂ ਦਾ ਨਾਂ ਲਿਆ ਜਿਹੜੀਆਂ ਉਤਲੀਆਂ ਜੂਨਾਂ। ਜੀਂਦੀਆਂ ਨਾ ਸਾਧ ਸੰਗ, ਇਹਨਾਂ ਨੂੰ ਕੋਈ ਸਾਧ ਸੰਗਤ ਨਹੀਂ ਮਿਲਦੀ। ਤੇ ਮੋਇਆਂ ਨੂੰ ਮੁਕਤੀ ਨਹੀਂ ਮਿਲਦੀ ਭਾਈ। ਇਹਨਾਂ ਮੋਇਆਂ ਨੂੰ ਮੁਕਤੀ ਤੇ ਨਾ ਹੀ ਪ੍ਰੀਤਮ ਸਤਿਗੁਰੂ ਦੀ ਕਿਰਪਾ ਦੁਆਰਾ ਗੁਰ ਉਪਦੇਸ਼, ਗੁਰੂ ਧਿਆਨ ਅਤੇ ਪ੍ਰੇਮ ਰਸ ਪ੍ਰਾਪਤ ਹੋ ਸਕਦਾ। ਇੱਕ ਪਾਸੜ ਹੈ ਤਾਂ ਤੋ ਮਾਨਸ ਜਨਮ ਪਾਏ ਸ੍ਰੀ ਗੁਰ ਦਇਆ ਨਿਧਾਨ। ਚਰਨ ਸਰਨ ਸੁਖ ਫਲ ਵਿਸੁਮਾਦ ਹੈ। ਤੋ ਭਾਈ ਕੇਵਲ ਮਨੁੱਖਾ ਜਨਮ ਪਾ ਕੇ ਹੀ ਦਇਆ ਦੇ ਭੰਡਾਰ ਗੁਰੂ ਨਾਨਕ ਜੀ ਦੀ ਚਰਨ ਸਰਨ ਆਇਆ। ਸਤਿਗੁਰੂ ਤੋਂ ਗੁਰ ਦੀਖਿਆ ਨਾਮ ਸਿਮਰਨ। ਵਾਹਿਗੁਰੂ ਨਾਮ ਸਿਮਰਨ ਪ੍ਰਾਪਤ ਕੀਜਿਆਂ ਅਸਚਰਜ ਸੁਖ ਫਲ ਦੇ ਭਾਗੀ ਬਣ ਜਾਈਦਾ ਹੈ। ਨਹੀਂ ਸਮਝ ਆਉਣੀ ਤੇ ਆਪਾਂ ਨੂੰ ਸਮਝ ਨਹੀਂ ਆਉਣੀ ਭਾਈ ਓਏ, ਆਪਾਂ ਨੂੰ ਸਮਝ ਨਹੀਂ ਆਉਣੀ। ਸਾਨੂੰ ਇਹ ਗੱਲ ਤੋਂ ਬਾਹਰ ਹੀ ਹੈ, ਸਾਨੂੰ ਨਹੀਂ ਸਮਝ ਆ ਸਕਦੀ। ਗੁਰਮੁਖ ਪੰਥ ਗੁਰ ਧਿਆਨ ਸਾਵਧਾਨ ਰਹੇ। ਤੋ ਲਹੇ ਨਿਜ ਘਰ ਅਰ ਸਹਿਜ ਨਿਵਾਸ ਜੀ। ਗੁਰਸਿੱਖੀ ਮਾਰਗ ਤੇ ਚਲਦਿਆਂ ਜਿਹੜਾ ਗੁਰਸਿੱਖ ਗੁਰੂ ਨਾਨਕ ਦੇ ਸਰੂਪ ਦੇ ਧਿਆਨ ਵਿੱਚ ਸਾਵਧਾਨ ਰਹਿੰਦਾ, ਸਿਮਰਨ ਕਰਦਾ ਹੈ, ਮਤਲਬ ਉਹ ਨਿਜ ਆਤਮ ਸਰੂਪ ਨੂੰ ਪਛਾਣ ਲੈਂਦਾ ਕਿ ਮੈਂ ਹੀ ਵਾਹਿਗੁਰੂ ਹਾਂ। ਸਹਿਜ ਅਵਸਥਾ ਗੁਰੂ ਨਾਨਕ ਵਰਗਾ ਸੁਭਾਅ ਵਿੱਚ ਉਸਦਾ ਵਾਸਾ ਸੱਚਖੰਡ ਹੋ ਜਾਂਦਾ। ਸ਼ਬਦ ਵਿਵੇਕ ਏਕ ਟੇਕ ਨੇਚਨ ਮਤ ਮਦਰ ਬਚਨ ਗੁਰੂ ਗਿਆਨ ਕੋ ਪ੍ਰਕਾਸ਼ ਜੀ। ਸਤਿਗੁਰੂ ਦੇ ਸ਼ਬਦ ਗਿਆਨ, ਗੁਰਬਾਣੀ ਦਾ ਗਿਆਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰ ਉਪਦੇਸ਼ ਦੀ ਇੱਕ ਟੇਕ ਸਦਕਾ ਉਸ ਦੀ ਮੱਤ ਸਥਿਰ ਹੋ ਜਾਂਦੀ ਹੈ ਅਤੇ ਮਿੱਠੀ ਬੋਲ ਬਾਣੀ ਕਰਕੇ ਗੁਰ ਧਿਆਨ ਨਾਮ ਸਿਮਰਨ ਅਭਿਆਸ ਦਾ ਖੇੜਾ ਖਿੜ ਜਾਂਦਾ ਹੈ। ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਇਨਲਾਈਟਡ ਪ੍ਰਕਾਸ਼ ਹੋ ਜਾਂਦਾ ਹੈ। ਚਰਨ ਕਮਲ ਚਰਨਾ ਮਿਰਤ ਨਿਧਾਨ ਪਾਨ। ਖਜ਼ਾਨਾ ਹੈ ਪ੍ਰੇਮ ਰਸ ਬਸ ਭਏ ਬਿਸਮ ਵਿਸ਼ਵਾਸ ਜੀ। ਤੇ ਸਤਿਗੁਰੂ ਦੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਦਾ ਚਰਨਾ ਮਿਰਤ ਉਹ ਤਾਂ ਭੰਡਾਰ ਹੈ ਭਾਈ, ਖਜ਼ਾਨਾ ਹੈ। ਚਰਨਾ ਮਿਰਤ ਦੇ ਭੰਡਾਰ ਨੂੰ
ਭਾਵ ਸਤਿਗੁਰੂ ਜੀ ਦੀ ਦੀਖਿਆ ਪ੍ਰਾਪਤ ਕਰਕੇ ਨਾਮ ਅੰਮ੍ਰਿਤ ਨੂੰ ਪਾਨ ਕਰਨ ਨਾਲ, ਨਾਮ ਵਾਹਿਗੁਰੂ ਅੰਮ੍ਰਿਤ ਪਾਨ ਕਰਨ ਨਾਲ ਪ੍ਰੇਮ ਰਸ ਉਸਦੇ ਹਿਰਦੇ ਵਿੱਚ ਆ ਟਿਕਦਾ ਹੈ, ਆ ਵਸਦਾ ਹੈ ਅਤੇ ਅਸਤਰੀ ਤੇ ਅਲੌਕਿਕ ਸ਼ਰਧਾ ਵਾਲੀ ਭਾਵਨਾ ਉਪਜਦੀ ਹੈ। ਗਿਆਨ ਧਿਆਨ ਪ੍ਰੇਮ ਨੇਮ ਪੂਰਨ ਪ੍ਰਤੀਤ ਚੀਤ ਬਨ ਗ੍ਰਹਿ ਸੰਸਰ ਮਾਇਆ ਮੈਂ ਉਦਾਸ ਜੀ। ਸੋ ਚਿੱਤ ਵਿੱਚ ਪੂਰਨ ਪ੍ਰਤੀਤੀ ਸਹਿਤ ਪ੍ਰੇਮ ਨੇਮ ਨਿਭਾਉਂਦਿਆਂ ਸਤਿਗੁਰੂ ਦੇ ਗਿਆਨ ਉਪਦੇਸ਼ ਅਤੇ ਸਤਿਗੁਰੂ ਦੇ ਸਾਖਿਆਤ ਦਰਸ਼ਨ ਧਿਆਨ ਵਿੱਚ ਜਿਹੜਾ ਗੁਰਸਿੱਖ ਸਾਵਧਾਨ ਰਹਿੰਦਾ, ਉਸ ਲਈ ਜੰਗਲ ਦੇ ਘਰ ਦਾ ਵਾਸਾ ਇੱਕ ਬਰਾਬਰ ਹੈ। ਮਾਇਆ ਵਿੱਚ ਵਿਚਰਦੇ ਆ, ਉਹ ਹਰ ਤਰ੍ਹਾਂ ਦੀ ਪਕੜ ਤੋਂ ਨਿਰਲੇਪ ਰਹਿੰਦਾ। ਮਤਲਬ ਜੰਗਲ ਜਾਣ ਦੀ ਲੋੜ ਨਹੀਂ, ਘਰ ਵਿੱਚ ਇੱਕ ਕਮਰਾ ਜੰਗਲ ਵਰਗਾ ਇਕਾਂਤ ਬਣਾਇਆ ਜਾ ਸਕਦਾ ਹੈ। ਘਰ ਵਿੱਚ ਇੱਕ ਜੰਗਲ ਵਰਗਾ ਇਕਾਂਤ ਬਣਾਇਆ ਜਾ ਸਕਦਾ ਹੈ। ਮਾਰਬੇ ਕੋ ਤਰਾਸ ਦੇਖ ਚੋਰ ਨਾ ਤਦਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਦੇਖਿਆ ਜੀ, ਕਹਿੰਦਾ ਮਰਨ ਦੇ ਡਰ ਨੂੰ ਵੇਖਦਿਆਂ ਵੀ ਚੋਰ ਚੋਰੀ ਕਰਨੀ ਨਹੀਂ ਛੱਡਦਾ ਅਤੇ ਰਾਹ ਲੁੱਟਣ ਵਾਲਾ ਠੱਗ ਹੋਰ ਧਾੜਵੀਆਂ ਨਾਲ ਮਿਲ ਕੇ ਰਾਹੀਆਂ ਨੂੰ ਲੁੱਟਣ ਦਾ ਮੌਕਾ ਤਾੜਦਾ ਰਹਿੰਦਾ। ਉਹਨੂੰ ਪਤਾ ਜੇ ਮੈਂ ਫੜਿਆ ਗਿਆ ਤੇ ਮੈਂ ਮਾਰਿਆ ਵੀ ਜਾ ਸਕਦਾ, ਅੱਗੋਂ ਕੋਈ ਡਾਢਾ ਮਿਲ ਗਿਆ ਤੇ ਉਹ ਮੈਨੂੰ ਮਾਰ ਵੀ ਦਊਗਾ, ਡਰਦਾ ਹੀ ਨਹੀਂ। ਚੋਰ ਵੀ ਨਹੀਂ ਡਰਦਾ। ਮਾਰਬੇ ਕੋ ਤਰਾਸ ਦੇਖ, ਮੈਂ ਮਰ ਜਾਣਾ, ਮੈਨੂੰ ਮਾਰ ਦੇਣਗੇ ਜੇ ਮੈਂ ਫੜਿਆ ਗਿਆ, ਫਿਰ ਵੀ ਚੋਰੀ ਕਰਦਾ। ਦੇਖ ਲੋ, ਬੇਸਵਾ ਰਤ ਬਿਰਥਾ ਪਏ ਮਨ ਮੈਂ ਨਾ ਸ਼ੰਕਾ ਮਾਨੇ, ਜੁਆਰੀ ਨਾ ਸਰਬਸ ਹਾਰੇ ਮੈਂ ਤਕਤ ਹੈ। ਕਹਿੰਦਾ ਵੇਸਵਾ ਨਾਲ ਪ੍ਰੀਤੀ ਕਰਨ ਵਾਲਾ ਰੋਗ ਹੋਣ ਦੇ ਡਰ ਨੂੰ ਜਾਣਦਿਆਂ ਵੀ ਵੇਸਵਾ ਪਾਸ ਜਾਣੇ ਗਲਾਨੀ ਨਹੀਂ ਕਰਦਾ, ਦੇਰੀ ਨਹੀਂ ਲਾਉਂਦਾ, ਹੋ ਗਿਆ। ਤੇ ਜੁਆਰੀਆ ਸਾਰੇ ਬੰਸ ਨੂੰ ਵੀ ਹਾਰ ਕੇ, ਉਹ ਜਿਵੇਂ ਦ੍ਰੋਪਦੀ ਹਾਰ ਦਿੱਤੀ, ਜੂਆ ਖੇਡਣੋਂ ਨਹੀਂ ਹਟਦਾ, ਥੱਕਦਾ ਹੀ ਨਹੀਂ, ਹਟਦਾ ਵੀ ਨਹੀਂ। ਅਮਲੀ ਨਾ ਅਮਲ ਤਜ ਜਿਉਂ ਤੇ ਘਰ ਕੀਏ, ਦੋਖ ਦੁੱਖ ਲੋਕ ਬੇਦ ਸੁਨਤ ਚਕਤ ਹੈ। ਤੋ ਜਿਵੇਂ ਫਟਕਾਰਾਂ ਪੈਂਦਿਆਂ ਵੀ ਲੋਕਾਂ ਜ਼ੁਬਾਨੀ ਤੇ ਹੋਰ ਫਟਕਾਰਾਂ ਮਾਰਦੇ, ਧਰਮ ਗ੍ਰੰਥ ਰਾਹੀਂ ਵੀ ਨਸ਼ਿਆਂ ਤੇ ਔਗੁਣਾਂ ਨੂੰ ਦੁੱਖ ਸੁਣ ਕੇ ਵੀ ਨਸ਼ਈ ਬੰਦਾ ਅਮਲ ਛੱਕੀ ਜਾਂਦਾ ਹੈ, ਨਸ਼ਾ ਕਰਨੋਂ ਹਟਦਾ ਨਹੀਂ। ਤੋ ਅਦਮ ਅਸਾਧ ਸੰਗ ਛਾੜਤ ਨਾ ਅੰਗੀਕਾਰ, ਗੁਰ ਸਿੱਖ ਸਾਧ ਸੰਗ ਛਾੜ ਕੋ ਸਕਤ ਹੈ। ਇਹ ਗੱਲ ਬੜੀ ਸਮਝਣ ਵਾਲੀ ਹੈ। ਤੋ ਜਦ ਇਹ ਨੀਚ ਤੇ ਖੋਟੇ ਮਨੁੱਖ ਆਪਣੇ ਗ੍ਰਹਿਣ ਕੀਤੇ ਹੋਏ ਮਾੜੇ ਕਰਮਾਂ ਦਾ ਸਾਥ ਨਹੀਂ ਛੱਡਦੇ, ਤਾਂ ਗੁਰੂ ਦਾ ਆਗਿਆਕਾਰੀ ਸਿੱਖ ਸਤਿਪੁਰਸ਼ਾਂ ਦੀ ਸੰਗਤ ਕਿਵੇਂ ਛੱਡ ਸਕਦਾ? ਨਹੀਂ ਛੱਡ ਸਕਦਾ। ਇਹ ਗੱਲ ਹੋਰ ਧਿਆਨ ਦੇ ਦੇਖੋ ਇੱਥੇ, ਅਦਮ ਸਾਧ ਸੰਗ ਛੱਡਤ ਨਾ ਅੰਗੀਕਾਰ। ਐਸੇ ਤਰ੍ਹਾਂ ਭਾਈ ਤੂੰ ਦੇ ਤਾਰੀ ਗੁਰੂ ਕੋਲ ਫਸ ਗਿਆ ਨਾ, ਕੁਕੇਂਦਿਆਂ ਚੁਕੇਂਦਿਆਂ ਮੱਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵਜਾਇਆ ਸੋ ਕਤ ਫੇਰੇ ਚਿਤ। ਭਾਈ ਤੈਨੂੰ ਕਿੰਨੀ ਵਾਰੀ ਸਮਝਾ ਰਿਹਾ ਹੈ, ਗੰਦ ਦੀ ਟੋਕਰੀ ਆ, ਗੂੰ ਦੀ ਟੋਕਰੀ ਆ, ਨਾ ਜਾ, ਮਾਰਿਆ ਜਾਏਗਾ, ਮੱਛੀ ਵਾਂਗੂ ਮਾਰਿਆ ਜਾਏਗਾ, ਭੌਰੇ ਵਾਂਗੂ ਮਾਰਿਆ ਜਾਏਗਾ, ਪਤੰਗੇ ਵਾਂਗੂ ਸੜ ਜਾਏਗਾ। ਪਰ ਤੈਨੂੰ ਸਮਝ ਆਉਂਦੀ ਆ? ਨਹੀਂ ਸਮਝ ਆਉਂਦੀ। ਨਹੀਂ, ਜੁਆਰੀ ਜੂਆ ਖੇਡਣੋਂ ਨਹੀਂ ਨਾ ਛੱਡਦਾ, ਕੰਜਰੀ ਕੋਲ ਜਾਣ ਵਾਲਾ ਬੰਦਾ ਕੰਜਰੀ ਨੂੰ ਨਹੀਂ ਨਾ ਛੱਡਦਾ। ਤੂੰ ਵੀ ਇਸੇ ਤਰ੍ਹਾਂ ਹੀ, ਕਿਸੇ ਐਗਜ਼ਾਮਪਲਾਂ ਦਿੱਤੀਆਂ, ਇਸੇ ਤਰ੍ਹਾਂ ਤੂੰ ਵੀ ਮਾਰਿਆ ਜਾਏਗਾ। ਦੇਖ ਲੈ ਭਾਈ, ਅਜੇ ਵੀ ਸੋਚ ਲੈ, ਵਾਹਿਗੁਰੂ ਅਜੇ ਵੀ ਸੋਚ ਲੈ। ਚੋਰ ਚੋਰੀ ਤੋਂ ਨਹੀਂ ਹਟਦਾ, ਧਾੜਵੀ ਤੋਂ ਨਹੀਂ ਹਟਦਾ, ਕੋਈ ਵੀ ਨਹੀਂ ਹਟਦਾ। ਇਸੇ ਤਰ੍ਹਾਂ ਇਹ ਆਦਤਾਂ ਦਸੀਆਂ ਮਾੜੀਆਂ ਆਦਤਾਂ, ਤੇਰੇ ਗੁਰੂ ਕੋਲ ਕੁਛ ਨਹੀਂ ਹੈਗਾ ਸਿੱਖੀ ਖਤਮ ਕਰਨ ਲਈ। ਭਾਈ ਅਜੇ ਵੀ ਸਮਝ, ਗੁਰੂ ਦੀ ਓਟ ਲੈ ਲੈ, ਅਜੇ ਵੀ ਸਮਝ। ਹੱਥ ਜੋੜ ਕੇ ਬੇਨਤੀ ਆ, ਗੁਰੂ ਨਾਨਕ ਨੂੰ ਨਾ ਛੱਡ, ਬਾਣੀ ਨੂੰ ਨਾ ਛੱਡ, ਸੰਗਤ ਨੂੰ ਨਾ ਛੱਡ, ਗੁਰਦੁਆਰੇ ਨੂੰ ਨਾ ਛੱਡ। ਅੰਮ੍ਰਿਤ ਨਹੀਂ ਛਕਿਆ, ਛਕ ਲੇਗਾ, ਪਰ ਦੇਹ ਤਾਰੀ ਗੁਰੂ ਕੋਲ ਨਾ ਜਾਈ। ਰਹਿਤ ਨਹੀਂ ਰੱਖੀ, ਰੱਖ ਲੇਗਾ, ਪਰ ਦੇਹ ਤਾਰੀ ਗੁਰੂ ਕੋਲ ਨਾ ਜਾਈ। ਕੁਰੈਤ ਨਹੀਂ ਛੱਡੀ ਜਾਂਦੀ, ਛੱਡ ਦੇਗਾ, ਪਰ ਦੇਹ ਤਾਰੀ ਗੁਰੂ ਕੋਲ ਨਾ ਜਾਈ। ਉਹਨੇ ਤਾਂ ਸਗੋਂ ਲਾ ਦੇਣੀ ਹੈ, ਉਹਨੇ ਤਾਂ ਰੋਕਣਾ ਹੀ ਨਹੀਂ। ਉਹ ਕਹਿੰਦਾ ਕੀ ਹੁੰਦਾ, ਮਨ ਖੁਸ਼ ਹੋਣਾ ਚਾਹੀਦਾ ਹੈ। ਮੈਂ ਤੁਹਾਨੂੰ ਦੱਸ ਦਿੰਦਾ, ਸਾਡਾ ਇੱਕ ਬੰਦਾ ਅੰਦਰ ਇੰਕਾਰੀ ਸੀ, ਉਹ ਜਾਂਦਾ ਹੁੰਦਾ ਸੀ, ਕਹਿੰਦਾ ਜੀ ਕੁੜੀ ਭੋਗਣੀ ਬੰਦ ਕਰਦੇ ਆ। ਕਹਿੰਦਾ ਨਾ, ਮਨ ਖੁਸ਼ ਨਹੀਂ ਤੇ ਕਿਵੇਂ ਸੁਰਤੀ ਲੱਗੂ। ਉਹ ਕੁੜੀਆਂ ਦਾ ਡਾਂਸ ਰਾਤੀ ਕਰਾਉਂਦਾ ਹੁੰਦਾ ਸੀ, ਮੁੰਡੇ ਨੌਜਵਾਨ ਜਾਂਦੇ ਸੀ। ਸ਼ਰਾਬ ਪੀਣ ਨਾਲ ਮਨ ਖੁਸ਼ ਰਹਿੰਦਾ ਤੇ ਕੋਈ ਜੀਵ ਹੱਤਿਆ ਤਾਂ ਨਹੀਂ, ਪੀ ਲਓ ਸਿਗਰਟ ਪੀ ਲਓ ਤੇ ਕੋਈ ਜੀਵ ਹੱਤਿਆ ਤਾਂ ਨਹੀਂ ਕਹਿੰਦਾ ਹੈਗੀ। ਦੇਖਿਆ ਜੀ,
ਗੱਲਾਂ ਬੜੀਆਂ। ਜੇ ਸਿੱਖ ਹੀ ਸਿਰਫ ਕੇਸਾਂ ਵਾਲਾ ਹੀ ਰੱਬ ਪਾ ਸਕਦਾ ਤੇ ਬਾਕੀ ਸਾਰੀ ਦੁਨੀਆ ਤਾਂ ਫਿਰ ਨਿਕੰਮੀ ਹੋ ਗਈ। ਕਹਿੰਦਾ ਅੰਗਰੇਜ਼ ਵੀ ਨਿਕੰਮੇ, ਉਹ ਦੱਸਦਾ ਹੀ ਇਹੋ ਜਿਹੀਆਂ ਗੱਲਾਂ, ਉਹ ਚਾਰੇ ਕੁਰੇਤਾਂ ਤੋੜ ਦਿੰਦਾ। ਤੁਹਾਨੂੰ ਵੀ ਵਿਸ਼ਵਾਸ ਆਉਂਦਾ ਸਾਰੀ ਦੁਨੀਆ ਜੀ ਰਹੀ ਹੈ। ਮੈਂ ਆਪਣੇ ਇੱਕ ਰਿਸ਼ਤੇਦਾਰ ਨਾਲ ਗੱਲ ਕੀਤੀ, ਅੰਮ੍ਰਿਤ ਛਕ ਲਓ। ਕਹਿੰਦਾ ਚੀਨ ਨੇ ਅੰਮ੍ਰਿਤ ਛਕਿਆ? ਜੀ ਜਾਂਦੇ ਨਾ, ਮਤਲਬ ਉਲਟੀ ਮਨਮੁਖ ਬਾਤ ਕਰੇ ਅਨਹੋਣੀ। ਸੋ ਕਮਿਊਨਿਸਟਾਂ ਨੇ ਅੰਮ੍ਰਿਤ ਛਕਿਆ, ਬੜੇ ਸੋਹਣੇ ਦੇਸ਼ ਚੱਲ ਰਹੇ। ਸੋ ਇਹ ਕਈ ਗੱਲਾਂ ਆਪਾਂ ਨੂੰ ਸਮਝ, ਅੰਤਰਾਤਮਿਕ ਗੱਲ ਸਮਝ ਰਹੀ। ਆਪਣਾ ਮੂਲ ਪਛਾਣ, ਉਹਨਾਂ ਨੂੰ ਨਹੀਂ ਪਛਾਣਿਆ ਤੇ ਉਹ ਕੋਈ ਗੱਲ ਨਹੀਂ। ਇਹੋ ਜਿਹੇ ਬੰਦੇ ਫਿਰ ਚੀਨ ਜਾ ਕੇ ਜੰਮਦੇ, ਦੂਜਾ ਜਨਮ ਇਹਨਾਂ ਦਾ ਚੀਨ 'ਚ ਹੀ ਹੋਣਾ, ਕਾਮਰੇਡਾਂ ਦੇ ਕੋਲ। ਇੱਕ ਪੱਖ ਸਮਝਣ ਵਾਲਾ ਹੈ। ਸਾਨੂੰ ਵਾਹਿਗੁਰੂ ਤਾਂ ਸਮਝਾ ਰਿਹਾ, ਤੇ ਸਮਝਣ ਤੋਂ ਬਾਅਦ ਵੀ ਅਸੀਂ ਨਾ ਸਮਝੇ ਤੇ ਫਿਰ ਉਹਦਾ ਹੁਣ ਆਪਾਂ ਕੀ ਕਰ ਸਕਦੇ? ਫਿਰ ਕੁਛ ਨਹੀਂ ਨਾ ਕਰ ਸਕਦੇ। ਬਸ ਇਹੋ ਹੀ ਇੱਕ ਪੱਖ ਹੈ, ਆਪਾਂ ਕੁਛ ਕਰ ਨਹੀਂ ਸਕਦੇ। ਵਾਹਿਗੁਰੂ ਕੁਛ ਵੀ ਨਹੀਂ ਕਰ ਸਕਦੇ। ਗੁਰੂ ਸਾਹਿਬ ਹੀ ਮਿਹਰ ਕਰਨ, ਸਾਰਿਆਂ ਨੂੰ ਮੋੜ ਲਿਆਓ। ਵਾਹਿਗੁਰੂ ਅੱਗੇ ਅਰਦਾਸ ਕਰੀਏ, ਵਾਹਿਗੁਰੂ ਸਾਰਿਆਂ ਨੂੰ ਮੋੜ ਲਿਆ, ਸਤਿਯੁਗ ਆ ਜਾਏ। ਸੱਚੇ ਪਾਤਸ਼ਾਹ 50% ਤਾਂ ਮੋੜ ਲਿਆ, ਔਰ ਮੇਰੇ ਵਾਹਿਗੁਰੂ 50% ਤਾਂ ਮੋੜ ਲਿਆ। ਮਾਰ ਕੇ ਕਿਸੇ ਕਰੈਤ ਕਰਕੇ ਕਹਿ ਰਾਜਾ ਕੁਦਰਤ ਦਾ, ਤੇ 50% ਤਾਂ ਮੋੜ ਲਿਆ। ਵਾਹਿਗੁਰੂ ਮੋੜ ਲਿਆਏਗਾ, ਟਾਈਮ ਆਏਗਾ ਮੋੜ ਲਿਆਏਗਾ। ਸਮਾਂ ਇਜ਼ ਵੈਰੀ ਨੀਅਰ, ਦੇਖ ਲੈਣਾ ਵਾਹਿਗੁਰੂ ਮੋੜੇ। ਉਹਨੇ ਆਪਣੀ ਸ਼ਕਤੀ ਦੱਸਣੀ, ਮੈਂ ਕੌਣ। ਵਾਹਿਗੁਰੂ ਮਿਹਰ ਕਰੇ, ਗੁਰੂ ਸਾਹਿਬ ਬਖਸ਼ਿਸ਼ ਕਰਨ। ਗੁਰਦੁਆਰੇ ਜਾਂਦੇ ਰਹੋ, ਸੇਵਾ ਕਰਦੇ ਰਹੋ, ਦਸਵੰਧ ਨਾਲ ਗੁਰਸਿੱਖਾਂ ਦੀ ਸੇਵਾ ਕਰਦੇ ਰਹੋ, ਚਰਨ ਧੂੜ ਲੈਂਦੇ ਰਹੋ, ਭਾਂਡੇ ਮਾਂਜਦੇ ਰਹੋ। ਤੁਹਾਡੇ ਤੇ ਮਿਹਰ ਹੋ ਜਾਣੀ। ਕਰਕੇ ਦੇਖ ਲਓ, ਤੁਹਾਡੇ ਤੇ ਮਿਹਰ ਹੋ ਜਾਣੀ। ਤੁਸੀਂ ਕਰਕੇ ਦੇਖ ਲਓ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨੀ, ਅਰਦਾਸ ਕਰੋ। ਹਾਂ, ਵਾਹਿਗੁਰੂ ਮਿਹਰ ਕਰੇ, ਗੁਰੂ ਸਾਹਿਬ ਬਖਸ਼ਿਸ਼ ਕਰੇ। ਦਮਕ ਕੈ ਦੋਖ ਦੁਖ, ਅਪ ਜਸ ਲੈ ਅਸਾਧ, ਲੋਕ ਪਰਲੋਕ ਮੁਖ ਸਿਆਮਤਾ ਲਗਾਵੇ। ਮਨਮੁਖ ਖੋਟਾ ਪੁਰਸ਼ ਧਨ ਪਦਾਰਥ ਖਰਚ ਕੇ ਔਗਣ ਦੁੱਖ ਤੇ ਬਦਨਾਮੀ ਸੇਟਦਾ ਹੈ, ਅਤੇ ਲੋਕ ਪਰਲੋਕ ਵਿੱਚ ਮੂੰਹ ਤੇ ਕਾਲਖ ਦਾ ਟਿਪਕਾ ਲਗਾਉਂਦਾ ਹੈ। ਲੋਕ ਪਰਲੋਕ ਮੁਖ ਸਿਆਮਤਾ ਲਗਾਵੇ। ਚੋਰ ਯਾਰ ਔਰ ਜੁਆਰ, ਮਦ ਪਾਣੀ ਦੁਕਿਰਤਮ ਸਹਿ, ਕਲੇ ਕਲੇਸ਼ ਭੇਸ ਦੁਬਧਾ ਕੋ ਧਾਵਈ। ਚੋਰ, ਵਿਭਚਾਰੀ, ਜੁਆਰੀਆ ਅਤੇ ਨਸ਼ਈ, ਸ਼ਰਾਬੀ, ਹੋਰ ਨਸ਼ੇ ਕਰ, ਨਸ਼ੇ ਸਾਰੇ ਨਸ਼ਈ। ਸੋ ਮਨੁੱਖ ਖੋਟੇ ਕਰਮ ਕਰਕੇ ਲੜਾਈ ਝਗੜੇ ਦਾ ਰੂਪ ਹੋ ਕੇ ਕਿਸੇ ਨਾ ਕਿਸੇ ਉਲਝਣ ਵਿੱਚ ਫਸਿਆ ਹੀ ਰਹਿੰਦਾ। ਕਿਸੇ ਨਾ ਸਰੀਰ ਹੈ ਹੀ ਉਲਝਣ ਦਾ, ਬੋਨ ਆਫ ਕੰਟੈਂਸ਼ਨ ਹੈ ਸਰੀਰ। ਲੜਾਈ ਦੀ ਜੜ ਆ, ਹਰ ਦੁੱਖ ਫਸਾਦ ਦੀ ਜੜ ਆ, ਹਰ ਬਿਮਾਰੀ ਦੀ ਜੜ ਆ, ਹਰ ਤਕਲੀਫ ਦੀ ਜੜ ਆ, ਹਰ ਤਰ੍ਹਾਂ ਦੀ ਦੁੱਖ ਤਕਲੀਫ ਦੀ ਜੜ ਹੀ ਹੈ ਸਰੀਰ ਆ। ਜਿੰਨਾ ਚਿਰ ਸਰੀਰ ਆ ਤਾਂ ਤੁਹਾਡਾ ਮੋਹ ਸਰੀਰ ਨਾਲ ਆ, ਤੁਸੀਂ ਦੁੱਖਾਂ ਤਕਲੀਫਾਂ ਤੋਂ ਬਚ ਹੀ ਨਹੀਂ ਸਕਦੇ। ਸਰੀਰ ਦਾ ਮਤਲਬ ਹੀ ਆ ਦੁੱਖ, ਆਤਮਾ ਦਾ ਮਤਲਬ ਆ ਸੁੱਖ, ਸਰੀਰ ਦਾ ਮਤਲਬ ਆ ਦੁੱਖ। ਸੋ ਮਤ ਪਤ ਹਾਨ ਕਾਨ ਮੈਂ ਕਨੌਡੀ ਸਭਾ, ਨਾਕ ਕਾਨ ਖੰਡ ਡੰਡ ਹੋਤ ਨਾ ਲਿਜਾਵੇ। ਤੋ ਜਿਹਾ ਕੁਕਰਮੀ ਪੁਰਸ਼ ਆਪਣੀ ਅਕਲ, ਪੱਤ, ਆਬਰੂ ਤੇ ਆਨ ਬਾਨ ਗਵਾ ਕੇ ਅਤੇ ਨੱਕ ਕੰਨ ਕੱਟੇ ਜਾਣ ਦੀ ਸਜ਼ਾ ਭੁਗਤ ਕੇ ਲੋਕ ਸਮੂਹ ਵਿੱਚ ਕਲੰਕੀ ਹੋ ਕੇ ਵਿਚਰਦਿਆਂ ਵੀ ਸ਼ਰਮ ਨਹੀਂ ਕਰਦਾ, ਸਗੋਂ ਨਿਰਲੱਜ ਹੋ ਕੇ ਕੁਕਰਮ ਕਰੀ ਜਾਂਦਾ। ਪਿੱਛੇ ਇਹ ਸੁਝਾਅ